10 पातशाहियां दी हाजरा हजूर जोत शब्द गुर पीरा सतगुरु श्री गुरु ग्रंथ साहिब जियां दी छत्र छाया हेठ आदर सत्कार सहित शाम के दीवाना विच अज भी आप जी जुड़ बैठे हो। आओ इस समय नूं गुरु प्रेम रंग विच भिज के सफला बनाइए। कल शाम के दीवाना विच आप जी ने सरवण कीता सी। भाई लालो जी के गृह विखे मरदाना जी के ताई गुरु पातशाह ने 9 प्रकार की भगती दोहराई। जिस विचों एक भगती करके भी भव सागर तो पार उतर जाई है। सतगुरां दे इन्हां वचनां नूं सुन के भाई मरदाना जी बार-बार कुर्बान जांदे ने। अत दी गरीबी दे विच रह के भी भाई लालो जी ऐसी भगती कर रहे हैं। ये बहुत वड्डी आश्चर्यता सी। इन्हां सारे प्रसंगां नूं विस्तार सहित आप जी ने सुनिया। आओ कुछ समा मनकित व्यक्तियों को एकाग्र चित्त बनाइए। पाओ प्रेम दी संग गज वज के आखो जी सतनाम श्री गुरु साहिब जी। सतनाम श्री गुरु साहिब जी। चूल का छंद मरदाना सुन कर तबे पद पर धार लीलार अलावे। सत बचन तुम कहत हो जे भव के दुखदार मिटावे। जगत गुरु गुरु नानक साहिब जी दी अमृत रसना तो जो भाई मरदाना जी ने सामने बैठ के 9 प्रकार की भगती नूं सुने। चित करदा सी गुरु बाबे तू आपा कुर्बान कर दे। उठे ने दोनों हाथ जोड़े ने अपना मस्तक सतगुरां दे चरनां ते रखे है। कहंदे गुरदेव शुक्र है तेरा। मैनू ते अपने जीवन विच ये भी नहीं सी पता भी भगती किहो जी होंदी है। अज आप जी ने एडा वड्डा वडप्पण दिखाया इस गरीब दी झोली दे विच। बचना दी दात पाई है। मैनू सोची हुई है नवदा भगती 9 तरह की भगती किद्दां रब दे प्यारे करदे। बार बार वो शुक्र करते ने। रवैया छंद इतने में लालो तैं आवे। ए बिद कहो सुनाई। इधर गुरु नानक साहब महाराज भाई मरदाना जी नाल बैठ के सत संगत कर रहे सी। इन्ने नूं भाई लालो जी आन पहुंचे। भोजन बनाउण वास्ते गए हुए सी। तकरीबन उन्होंने 1.5 तो 2 घंटे का समा लग गया। पर गुरु साहब जी ने वो समा सतसंग दे लेके ला। श्रोते सन भाई मरदाना जी, भगता सन गुरु नानक साहब। दोनों ने रल मिल के सवाल जवाब करके रब दियां गल्लां कीतियां। 9 प्रकार की भगती बारे जानिया। भाई लालो जी जिस वेले आए ने उस वेले तक भाई मरदाना जी सब कुछ सुन चुके सन। गरीबड़ा जिहा सिख है भाई लालो। सतगुरां दे सन्मुख आके हाथ जोड़े, कहते रब्बा मेरिया पातशाह जीओ, आप जी दी कृपा हुई है, भोजन सद के हाजिर है।
ਅਚਵੋ ਅਸਨ ਚਲੋ ਸ੍ਰੀ ਨਾਨਕ ਦੁਖ ਕੁੰਜਰ ਮ੍ਰਿਗ ਹਾਈ। ਐ ਸਤਿਗੁਰ ਜੀ, ਦੀਨ ਦੁਨੀਆ ਦੇ ਦੁੱਖਾਂ ਨੂੰ ਕੱਟਣ ਵਾਲਿਓ ਉੱਠੋ, ਚੱਲ ਕੇ ਭੋਜਨ ਕਰੋ। ਇਹ ਬੜੇ ਅਦਬ ਦੀ ਗੱਲ ਹੈ। ਪੁਰਾਣੇ ਸਮੇਂ ਦੇ ਵਿੱਚ ਭੋਜਨ ਸਪੈਸ਼ਲ ਥਾਂ ਤੇ ਬਿਠਾ ਕੇ ਖਵਾਇਆ ਜਾਂਦਾ ਸੀ। ਅੱਜ ਦੇ ਥਾਂ ਤੇ ਜਿੱਥੇ ਕੋਈ ਆਇਆ ਉੱਥੇ ਟੇਬਲ ਲਾ ਦਈਦਾ। ਅੱਗੇ ਲੋਕ ਭੋਜਨ ਛਕਦੇ ਸੀ ਚੌਂਕੇ 'ਚ ਬਹਿ ਕੇ, ਚੁੱਲ੍ਹੇ ਕੋਲ ਬੈਠ ਕੇ। ਭਾਵ ਕਿਚਨ ਦਾ ਕੰਮ ਕਿਚਨ ਵਿੱਚ ਹੋਵੇ, ਛਕਣ ਦਾ ਕੰਮ ਹੀ ਉੱਥੇ ਹੋਵੇ ਜਿਹਦੇ ਨੇੜੇ ਬਣਦਾ ਹੋਵੇ। ਅੱਜ ਕੱਲ੍ਹ ਤੇ ਦੁਨੀਆ ਬੈਡਾਂ ਤੇ ਬਹਿ ਕੇ ਖਾਂਦੀ, ਡਾਈਨਿੰਗ ਤੇ ਬਹਿ ਕੇ ਖਾ। ਪਰ ਪੁਰਾਤਨ ਸਮੇਂ ਹਰ ਧਰਮ ਦੀ ਮਰਿਆਦਾ ਭੁੱਜੇ ਬੈਠ ਕੇ ਧਰਤੀ ਤੇ ਭੋਜਨ ਛਕਣਾ। ਭਾਈ ਲਾਲੋ ਜੀ ਆਖਣ ਲੱਗੇ, ਪਾਤਸ਼ਾਹ ਆ ਜਾਓ, ਚੌਂਕੇ ਦੇ ਪਾਸ ਬੈਠੋ ਆਪ ਜੀ। ਚੌਂਕਾ ਇੱਕ ਹੁੰਦਾ ਚੁੱਲ੍ਹਾ ਤੇ ਦੂਜਾ ਹੁੰਦਾ ਚੌਂਕਾ। ਹੁਣ ਚੌਂਕਾ ਇੱਕ ਉੱਚੀ ਦੀ ਥਾਂ ਹੁੰਦੀ ਹੈ ਚੁੱਲ੍ਹੇ ਦੇ ਕੋਲੇ, ਜਿਵੇਂ ਬ੍ਰਾਹਮਣ ਲੋਕ ਬਹਿੰਦੇ ਸੀ। ਮਰਦ ਨੇ ਲਿਖਿਆ ਨਾ, ਦੇਖ ਕੇ ਚੌਂਕਾ ਕੱਢੀ ਕਾਰ, ਉਪਰੇ ਆਏ ਬੈਠੇ ਕੁੜਿਆਰ। ਮਤ ਭਿੱਟੈ ਵੇ ਮਤ ਭਿੱਟੈ, ਇਹੋ ਅੰਨ ਸਾਡਾ ਫਿੱਟੈ। ਇਹਨਾਂ ਬਚਨਾਂ ਵਿੱਚ ਸਤਿਗੁਰਾਂ ਨੇ ਚੌਂਕੇ ਦਾ ਜ਼ਿਕਰ ਕੀਤਾ। ਚੁੱਲ੍ਹੇ ਦੇ ਕਰੀਬ ਦੀ ਥਾਂ, ਚਾਰ ਦੀਵਾਰੀ ਗਲੀ। ਮਰਦ ਵੇਖ ਕੇ ਨਾ ਭਾਈ ਲਾਲੋ ਨੂੰ ਮੁਸਕਰਾਏ। ਭਾਈ ਲਾਲੋ ਕਿਉਂ ਕਹਿੰਦੇ ਆ ਵੀ ਆ ਪਲੰਘਾ ਛੱਡੋ, ਉੱਥੇ ਆ ਜਾਓ, ਉਹਦਾ ਕੋਈ ਕਾਰਨ ਹੈ। ਭਵ ਬੰਧਨ ਪਨਗ ਜੇ ਗਰ ਸੇ, ਬੈਨਤੇ ਹੋ ਤਿਨ ਕੋ। ਕਰ ਕਿਰਤਾਰਥ ਮੁਝ ਕਰਨਾ ਕਰ, ਆਨ ਨ ਪਾਏ ਅਸਨ ਕੋ। ਗੁਰੂ ਸਾਹਿਬ ਨੂੰ ਭਾਈ ਲਾਲੋ ਕਹਿੰਦੇ, ਮਰਦ ਭੋਜਨ ਤਿਆਰ ਹੋ ਗਿਆ ਜੀ, ਬਿਲਕੁਲ। ਆਪ ਜੀ ਕਿਰਪਾ ਕਰਕੇ ਉਹਨੂੰ ਭੋਗੋ, ਛਕੋ। ਭੋਜਨ ਨੂੰ ਭੋਗਣ ਤੋਂ ਭਾਵ ਛਕਣਾ ਹੁੰਦਾ ਹੈ। ਪਾਤਸ਼ਾਹ ਇਸ ਗਰੀਬ ਤੇ ਕਿਰਪਾ ਕਰਿਓ। ਮੈਨੂੰ ਨਹੀਂ ਪਤਾ ਭੋਜਨ ਕਿਹੋ ਜਿਹਾ ਬਣਿਆ, ਪਰ ਬਣਾਇਆ ਮੈਂ ਬੜੇ ਪ੍ਰੇਮ ਨਾਲ ਹੈ। ਪ੍ਰੇਮ ਦੀਆਂ ਕਾਢਾਂ ਹੋਰ ਹੁੰਦੀਆਂ, ਦਿਖਾਵੇ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ। ਸਤਿਗੁਰ ਤਾਂ ਮੁਸਕਰਾਉਂਦੇ ਸੀ। ਭਾਈ ਲਾਲੋ ਕਹਿੰਦੇ, ਮਰਦ ਉਸ ਪਾਸੇ ਆ ਜਾਓ, ਚੌਂਕੇ ਤੇ ਚੱਲੋ। ਹੁਣ ਭਾਈ ਲਾਲੋ ਚੌਂਕੇ ਦਾ ਜ਼ਿਕਰ ਕਿਉਂ ਕਰਦੇ ਆ? ਕਿਉਂਕਿ ਉਹ ਜਾਣਦੇ ਆ ਵੀ ਗੁਰੂ ਸਾਹਿਬ ਬੇਦੀਆਂ ਦੀ ਵੰਸ਼ ਵਿੱਚੋਂ ਨੇ। ਸੁਣਿਆ ਵੀ ਬੇਦੀਆਂ ਦੀ ਵੰਸ਼ ਬਹੁਤ ਉੱਤਮ ਹੈ। ਉਹਨਾਂ ਸਮਿਆਂ ਦੇ ਮੁਤਾਬਕ, ਚਲੋ ਅੱਜ ਤੇ ਚੀਜ਼ਾਂ ਉੱਤਮ ਵੱਡੀ ਛੋਟੀ ਕੁਝ ਵੀ ਨਹੀਂ। ਉਦੋਂ ਛੂਤ ਛਾਤ ਦਾ ਦੌਰ ਬੜਾ ਸੀ ਵੀ ਖੱਤਰੀ ਲੋਕ ਉੱਚੀ ਜਾਤ ਹੈ। ਅੱਜ ਕੱਲ੍ਹ ਤੇ ਜਰਨਲ ਕੋਟਾ, ਸਾਡੇ ਵਾਲਾ ਲਾਣਾ ਕਹਿੰਦੇ ਅਸੀਂ ਵੱਡੇ ਆ। ਪਰ ਜੇ ਪੁਰਾਤਨ ਰਵਾਇਤਾਂ ਵੇਖਦੇ ਆਈਏ ਨਾ, ਸਨਾਤਨ ਮਤ ਦੀਆਂ, ਭਾਰਤ ਦੇਸ਼ ਦੀਆਂ, ਆ ਜਿੰਨੇ ਆਪਾਂ ਜੱਟ ਜ਼ਿਮੀਂਦਾਰ ਆ, ਅਸੀਂ ਤੇ ਬਸ ਥੱਲੇ ਵਾਲੇ ਹੀ ਹੈ। ਬਿਲਕੁਲ ਲਾਸਟ ਵਾਲੀ ਸਟੇਜ ਹੈ ਸ਼ੂਦਰਾਂ ਚ। ਬ੍ਰਾਹਮਣ ਅਤੇ ਖੱਤਰੀ ਇਹ ਅੱਜ ਵੀ ਸਮੇਂ ਦੀਆਂ ਹਕੂਮਤਾਂ ਇਹਨਾਂ ਨੂੰ ਉੱਚਾ ਸਾਬਤ ਕਰ ਰਹੀਆਂ, ਪਹਿਲਾਂ ਵੀ ਸੀ। ਕਿਉਂਕਿ ਗੁਰੂ ਸਾਹਿਬ ਨੇ 4 ਵਰਨਾਂ ਦਾ ਜ਼ਿਕਰ ਕੀਤਾ ਤੇ ਭਾਰਤ ਵੰਡਿਆ ਹੀ 4 ਵਰਨਾਂ 'ਚ ਸੀ। ਮਰਦ ਨੇ ਭਾਈ ਗੁਰਦਾਸ ਲਿਖਦੇ 4 ਵਰਨ ਇੱਕ ਵਰਨ ਕਰਾਇਆ। ਤੇ ਮੇਰੇ ਸਤਿਗੁਰਾਂ ਨੇ 4ਾਂ ਤੋਂ ਇੱਕ ਬਣਾਤਾ। ਖਾਲਸਾ ਸਾਜ ਕੇ ਤੇਰੀ ਜਾਤ ਕੋਈ ਨਹੀਂ, ਪਰ ਧੰਨ ਖਾਲਸੇ ਜਿਹੜੇ ਅੱਜ ਅੰਮ੍ਰਿਤ ਛਕ ਕੇ ਵੀ ਚੱਟਵਾਦ ਚੱਲੇ। ਗੁਰੂ ਵਾਲੇ ਬਣ ਕੇ ਵੀ ਗੋਤਵਾਦ ਤੋਂ ਜਿਨ੍ਹਾਂ ਨੇ ਖਹਿੜਾ ਨਹੀਂ ਛੁਡਾਇਆ, ਉਹ ਭਾਵੇਂ ਮੇਰੇ ਵਰਗਾ ਵੀ ਕਿਉਂ ਨਾ ਹੋਵੇ, ਕੋਈ ਫਾਇਦਾ ਨਹੀਂ ਸਿੱਖ ਬਣਨ ਦਾ। ਤੇ ਨਾਲੋਂ ਛਾਜੀ ਨਾਲ ਲੱਥਿਆ, ਆਖੋ ਸਤਿਨਾਮ। ਜੇ ਪੂਛ ਨਾਲ ਛੱਜ ਬੰਨਿਆ ਨਾ, ਚੂਹਾ ਖੱਡ ਨਾ ਮਾਵਈ, ਤਿੱਕਲ ਬੰਨ੍ਹੈ ਛੱਜ। ਖੱਡ ਚ ਨਹੀਂ ਵੜ ਸਕਦੇ, ਮੁਕਤੀ ਨਹੀਂ ਮਿਲ ਸਕਦੀ, ਬਾਹਰ ਹੀ ਭਟਕਦੇ ਰਹਿਣਾ ਹੋਵੇ। ਪਰ ਉਹਨਾਂ ਸਮਿਆਂ 'ਚ ਵਰਨ ਵੰਡ ਦਾ ਜ਼ੋਰ ਬਹੁਤ ਸੀ। ਭਾਈ ਲਾਲੋ ਇਹੀ ਜਾਣਦੇ ਆ ਵੀ ਇਹ ਚੌਂਕੇ ਤੇ ਬੈਠਣਗੇ, ਉੱਚੀ ਥਾਂ ਤੇ ਬਹਿਣਗੇ, ਸੁੱਚੀ ਥਾਂ ਤੇ ਬੈਠਣਗੇ। ਮੈਂ ਤੇ ਗਰੀਬ ਜਿਹਾ ਇਨਸਾਨ, ਕੋਲ ਬਹਿ ਕੇ ਭੋਜਨ ਛਕ ਲੈਣਗੇ, ਕਿਉਂਕਿ ਮੈਂ ਚੌਂਕੇ ਨੂੰ ਜਲ ਨਾਲ ਛਿਟਾ ਦੇਣਾ। ਸੁਭਾਵਿਕ ਹੈ ਜੀ, ਤੁਸੀਂ ਜਿਸ ਦੇਸ਼ ਵਿੱਚ ਰਹੋਗੇ ਨਾ, ਉੱਥੋਂ ਦਾ ਪ੍ਰਭਾਵ ਤੁਹਾਡੇ ਤੇ ਪੈਣਾ ਹੀ ਪੈਣਾ। ਬੇਸ਼ੱਕ ਆਪਾਂ ਕ੍ਰਿਸਚਨ ਨਹੀਂ ਹਾਂ, ਜਦ ਕ੍ਰਿਸਚਨਾਂ ਦੀ ਕੰਟਰੀ ਵਿੱਚ ਰਹਿੰਦੇ ਆ ਨਾ, ਤੇ ਸਾਡੇ ਬੱਚਿਆਂ ਤੇ ਸੁਭਾਵਿਕ ਉਹਨਾਂ ਗੱਲਾਂ ਦੇ ਇਫੈਕਟ ਪੈਂਦੇ ਆ, ਪਏ ਹੋਏ ਆ। ਤੇ ਜਿਹੜੇ ਸਾਡੇ ਵੀਰ ਸਾਊਦੀ ਅਰਬ ਰਹਿੰਦੇ ਆ, ਭਾਵੇਂ ਉਹ ਮੁਸਲਮਾਨ ਨਹੀਂ, ਸਿੱਖ ਨੇ, ਉਹਨਾਂ ਦੀ ਬੋਲ ਚਾਲ, ਉੱਠਣੀ ਬੈਠਣੀ, ਖਾਣਾ ਪੀਣਾ ਸਭ ਕੁਝ ਉਹਨਾਂ ਵਰਗਾ ਹੋ ਜਾਂਦਾ। ਤੇ ਜਿਹੜੇ ਭਾਰਤ ਵਿੱਚ ਰਹਿੰਦੇ ਆ, ਅਸੀਂ ਲੋਕ
ਤੇ ਫਿਰ ਤਾਂ ਹੀ ਤੇ ਸਾਡੇ ਘਰਾਂ ਚੋਂ ਵਰਤ ਨਹੀਂ ਨਿਕਲਦੇ। ਆਖੋ ਸਤਨਾਮ। ਸਿੱਖ ਬਣ ਕੇ ਵੀ ਸਾਡੇ ਅੱਧ ਤੋਂ ਵੱਧ 80% ਕਰਮ ਕਾਂਡ ਬ੍ਰਹਮਣੀ ਮਤ ਵਾਲੇ ਨੇ ਜਾ ਨਹੀਂ ਰਹੇ, ਕਿਉਂਕਿ ਪ੍ਰਭਾਵ ਆਸੇ ਪਾਸੇ। ਉਸ ਵੇਲੇ ਪ੍ਰਭਾਵ ਇਹੋ ਸੀ, ਮਹਾਰਾਜ ਚੌਂਕੇ ਤੇ ਬੈਠੋ, ਉੱਥੇ ਸੱਜ ਕੇ ਆਪ ਦੀ ਭੋਜਨ ਕਰੋ, ਕਿਉਂਕਿ ਚੌਂਕਾ ਸੁੱਚੀ ਥਾਂ ਹੈ। ਹੁਣ ਕਰ ਸ੍ਰੀ ਮੁਖ ਬਚਨਾ ਭਾਖੇ, ਆਨ ਹੋਏ ਥਾਂ ਜਾਏ। ਕਹਿ ਲਾਲੋ ਤੁਮਰੀ ਗਲ ਜੰਜੋ, ਵਹਿਰ ਅਸਨ ਕਿਉਂ ਪਾਏ। ਗੁਰੂ ਸਾਹਿਬ ਕਹਿੰਦੇ ਭਾਈ ਲਾਲੋ, ਜੇ ਭੋਜਨ ਬਣਾਇਆ ਜਿੱਥੇ ਬੈਠੇ ਆ ਇੱਥੇ ਹੀ ਪਾ ਕੇ ਲਾਇਆ ਪਰੋਸ ਕੇ। ਭਾਈ ਲਾਲੋ ਜੀ ਕਹਿੰਦੇ ਮਹਾਰਾਜ ਤੁਸੀਂ ਬੇਦੀਆਂ ਦੀ ਵੰਸ ਵਿੱਚੋਂ ਉੱਚੀ ਥਾਂ ਤੇ ਬਹਿ ਕੇ ਭੋਜਨ ਭੋਗਣਾ ਇਹ ਤੁਹਾਡਾ ਕਰਮ ਹੈ, ਕਿਉਂਕਿ ਦੁਨਿਆਵੀ ਪੱਧਰ ਤੇ ਗੱਲ ਕਰ ਰਹੇ ਆ। ਮਹਾਰਾਜ ਜੇ ਬਾਹਰ ਬਹਿ ਕੇ ਖਾਓਗੇ ਤੇ ਥਾਂ ਸੁੱਚੀ ਨਹੀਂ, ਚੌਂਕਾ ਸੁੱਚਾ ਹੈ। ਪਰ ਗੁਰੂ ਸਾਹਿਬ ਦੇ ਤੇ ਕਟਾਕਸ਼ ਬੜੇ ਡੂੰਘੇ ਨੇ। ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਪਿੱਟੈ। ਬ੍ਰਾਹਮਣ ਕਹਿੰਦਾ ਸੀ ਭਟਿਆ ਜਾਊਗਾ ਜੇ ਇੱਥੇ ਕੋਈ ਦੂਜਾ ਤੀਜਾ ਬਣ ਗਿਆ। ਮਰਦ ਕਹਿੰਦੇ ਤੇਰੇ ਨਾਲ ਨਿੰਦਿਆ ਚੁਗਲੀ ਈਰਖਾ ਦਵੈਸ਼ਤਾ ਸਾਰਾ ਕੁਝ ਦੇ ਅੰਦਰ ਬੈਠਾ। ਤਨ ਫਿੱਟੈ ਇਹੋ ਕਰੇਨ, ਮਨ ਝੂਠੇ ਚੂੜੀ ਭਰੇ। ਮਨ ਤੇ ਤੇਰਾ ਝੂਠਾ ਏ, ਚੂੜੀਆਂ ਭਰ ਕੇ ਪਾਣੀ ਛਿੜਕ ਕੇ ਓਮ ਸਵਾਹਾ ਕਹਿਣ ਨਾਲ ਕੀ ਹੋ ਜਾਣਾ। ਬ੍ਰਹਮਾ ਜੀ ਦੇ ਮੰਤਰ, ਵਿਸ਼ਨੂੰ ਦੇ ਮੰਤਰ ਪੜਿਆ ਤੋਂ ਕੀ ਹੋ ਜਾਣਾ ਜੇ ਮਨ ਝੂਠਾ ਹੈ, ਮਨ ਪਾਪੀ ਹੈ। ਮਨ ਤਾਂ ਆਪਣਾ ਪਾਪੀ ਹੈ, ਵਰਸੋਂ ਸੇ ਨਵਾਜੀ ਹੋ ਨਾ ਸਕਾ। ਜੇ ਮਨ ਵਿੱਚ ਲੈੜ ਹੈ ਤੇ ਰੱਬ ਦੇ ਗੀਤ ਗਾਇਆ ਤੋਂ ਕੀ ਹੋਣਾ ਜੇ ਮਨ ਦਾ ਖੋਟ ਹੀ ਨਾ ਗਏ। ਗੁਰੂ ਸਾਹਿਬ ਕਹਿੰਦੇ ਇੱਥੇ ਹੀ ਲਾਇਆ ਭਾਈ। ਮਰਦ ਕਹਿੰਦੇ ਆ ਵੀ ਪਵਿੱਤਰ ਹੀ ਹੈ ਤਾਂ ਜਗ੍ਹਾ ਤੇ ਹਰ ਕੋਈ ਪਵਿੱਤਰ। ਭਗਤ ਕਬੀਰ ਜੀ ਦਾ ਜਨਮ ਕਾਂਸ਼ੀ ਵਿੱਚ ਹੋਇਆ। ਪਰ ਉਸ ਵੇਲੇ ਦੇ ਲੋਕ ਕਹਿੰਦੇ ਸੀ ਕਿ ਜੇ ਕੋਈ ਮਗਹਰ ਦੀ ਧਰਤੀ ਤੇ ਜਾ ਕੇ ਮਰੇ ਕਹਿੰਦੇ ਨਰਕਾਂ ਨੂੰ ਜਾਂਦਾ। ਭਗਤ ਜੀ ਕਹਿੰਦੇ ਮੈਂ ਸਰੀਰ ਛੱਡਣਾ ਹੀ ਮਗਹਰ ਚ, ਯੂਪੀ ਦਾ ਸ਼ਹਿਰ ਹੈ ਮਗਹਰ, ਕਹਿੰਦੇ ਉੱਥੇ ਹੀ ਮਰਨਾ, ਸਰੀਰ ਛੱਡਾਂਗਾ ਹੀ ਉੱਥੇ। ਭਾਵ ਜੰਮਣ ਮਰਨ ਨਾਲ ਕਿਸੇ ਥਾਂ ਨਾਲ ਕੋਈ ਫਰਕ ਨਹੀਂ ਰੱਬ ਦੇ ਪਿਆਰਿਆਂ ਨੂੰ। ਜਿੱਥੇ ਵੈਸਣ ਸਾਧ ਜਨ ਸੋ ਥਾਨ ਸੁਹੰਦਾ। ਭਗਤੀ ਵਾਲਾ ਜਿੱਥੇ ਜਾ ਕੇ ਬੈਠੂਗਾ ਉਹ ਥਾਂ ਹੀ ਸ਼ੋਭਨੀਕ ਹੋ ਜਾਂਦਾ। ਆਖੋ ਸਤਨਾਮ। ਬੰਦਗੀ ਵਾਲਾ ਜਿਹੜੀ ਥਾਂ ਬਹਿ ਗਿਆ ਨਾ ਉਹ ਥਾਂ ਤੋਂ ਵੀ ਖੁਸ਼ਬੂ ਹੋ ਗਈ। ਤੇ ਜਿੱਥੇ ਮੇਰੇ ਵਰਗਾ ਮਨਮੁਖ ਬਹਿ ਜੇ ਜਾ ਕੇ, ਨਾਸਤਿਕ ਬੰਦਾ ਬਹਿ ਜੇ ਜਾ ਕੇ, ਰੱਬ ਤੋਂ ਟੁੱਟਿਆ ਧੱਕਿਆ, ਤੇ ਜਿੱਥੇ ਉਹ ਜਾਊਗਾ ਉਹ ਸਭ ਨੂੰ ਆਪਣੇ ਵਰਗਾ ਹੀ ਬਣਾ ਲੂਗਾ। ਉਹਦੇ ਕੋਲ ਬੈਠਣ ਵਾਲਿਆਂ ਦੇ ਖਿਆਲ ਮਾੜੇ ਹੋਣਗੇ, ਬਿਰਤੀ ਮਾੜੀ ਹੋਊਗੀ, ਸੋਚ ਮਾੜੀ ਹੋਊਗੀ, ਕਿਉਂਕਿ ਉਹਦਾ ਉਹਦਾ ਉਹੋ ਜਿਹਾ, ਉਹਦੀ ਥਾਂ ਉਹੋ ਜਿਹੀ ਹੈ। ਮਰਦ ਕਹਿੰਦੇ ਲਾਲੋ ਇੱਥੇ ਲਿਆ ਭਾਈ, ਆ ਵੀ ਥਾਂ ਪਵਿੱਤਰ ਹੈ। ਚੌਂਕੇ ਅੰਦਰ ਚੱਲ ਕਰ ਜੀਵੋ, ਉੱਤਮ ਜਨਮ ਤੁਮਾਰਾ। ਜੇ ਇਹ ਥਾਂ ਮੰਗਵਾਵੋ ਸੁਆਮੀ, ਸੰਸੈ ਖੋਏ ਹਮਾਰਾ। ਭਾਈ ਲਾਲੋ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮੈਨੂੰ ਤੇ ਕੋਈ ਫਰਕ ਨਹੀਂ, ਮੈਂ ਤੇ ਲੈ ਆਉਣਾ, ਪਰ ਤੁਹਾਡੀ ਕੁੱਲ ਉੱਚੀ ਹੈ, ਤੁਹਾਡੀ ਜਾਤ ਉੱਚੀ ਹੈ। ਚੌਂਕੇ ਤੇ ਬਹਿ ਕੇ ਭੋਜਨ ਕਰਨਾ ਤੁਹਾਡੇ ਕਰਮ ਨੇ, ਤੁਹਾਡੀ ਕੁੱਲ ਦੇ ਕਰਮ ਨੇ। ਜੇ ਮੈਂ ਭੋਜਨ ਇੱਥੇ ਲੈ ਆਇਆ ਮੇਰੇ ਮਨ ਚੋਂ ਸ਼ੰਕਾ ਨਹੀਂ ਜਾਣਾ ਵੀ ਗੁਰੂ ਸਾਹਿਬ ਬੇਦੀਆਂ ਦੀ ਕੁੱਲ ਵਿੱਚੋਂ ਸੀ, ਮੈਂ ਚੌਂਕੇ ਤੇ ਨਹੀਂ ਬਿਠਾਇਆ, ਮੈਂ ਭੋਜਨ ਉੱਥੇ ਨਹੀਂ ਛਕਾਇਆ, ਮਰਜ ਕੋ ਭਰਮ ਰਹਿ ਜੂਗਾ। ਸਤਿਗੁਰ ਬੜਾ ਮੁਸਕਰਾਏ, ਕਹਿੰਦੇ ਭਾਈ ਲਾਲੋ ਭਰਮ ਭਗਤ ਤੇ ਭਰਮ ਕਦੇ ਇਕੱਠੇ ਨਹੀਂ ਹੁੰਦੇ। ਆਖੋ ਸਤਨਾਮ। ਭਰਮ ਉੱਥੇ ਭਗਤੀ ਨਹੀਂ, ਜਿੱਥੇ ਭਗਤੀ ਉੱਥੇ ਭਰਮ ਨਹੀਂ। ਆਪ ਜੀ ਨੇ ਗੱਲ ਵੀ ਸੁਣੀ। ਮਰਦ ਕਹਿੰਦੇ ਭਾਈ ਲਾਲੋ ਕੋਈ ਫਰਕ ਨਹੀਂ ਹੈ, ਦੁਨਿਆਵੀ ਗੱਲਾਂ ਨੇ, ਇਹਨਾਂ ਨਾਲ ਕੀ ਫਰਕ ਹੈ। ਮਨ ਦੀ ਪਵਿੱਤਰਤਾ ਸਭ ਤੋਂ ਵੱਡੀ ਹੈ। ਤੇ ਇਹਦਾ ਭਾਵ ਇਹ ਨਹੀਂ ਕਿ ਜੇ ਮਨ ਸਾਫ਼ ਹੋਣਾ ਚਾਹੀਦਾ ਤੇ ਨਹਾਉਣ ਦੀ ਲੋੜ ਕੋਈ ਨਹੀਂ। ਸਾਡੇ ਵਾਲੇ ਦੇ ਆਹ ਪਾਸੇ ਲਈ ਫਿਰਦੇ ਆ, ਕਹਿੰਦੇ ਬਾਬਾ ਜੀ ਮਨ ਸਾਫ਼ ਹੋਣਾ ਚਾਹੀਦਾ, ਨਹਾਉਣ ਨੂੰ ਚ ਕੀ ਰੱਖਿਆ, ਬੜਾ ਕੁਝ ਰੱਖਿਆ। ਪੜ੍ਹੋ ਸਤਿਗੁਰਾਂ ਦੀ ਬਾਣੀ। ਮਰਦ ਬੜੀ ਵਾਰ ਲਿਖਦੇ ਨੇ, ਸਿੱਖਾ ਅੰਮ੍ਰਿਤ ਵੇਲੇ ਜਾਗਿਆ ਗੁਰ ਸਤਿਗੁਰ ਕਾ ਜੋ ਸਿੱਖਿਆ ਖਾਏ, ਸੋ ਭਲ ਕੀ ਉਠਾਰ ਨਾਮ ਤੇ ਆਵੇ। ਨਾਮ ਜਪਣਾ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਪੈਂਦਾ, ਸੇਵਾ ਕਰਨੀ ਪੈਣੀ, ਸਿਮਰਨ ਤੈਨੂੰ ਕਰਨਾ ਪੈਣਾ। ਜੇ ਬਾਹਰ ਦਾ ਇਸ਼ਨਾਨ ਕਰੇਗਾ ਅੰਦਰ ਦਾ ਵੀ ਨਾਮ ਨਾਲ ਕਰਨਾ ਪੈਣਾ। ਤੀਰਥ ਨਹਾਵਣ ਜਾਓ, ਤੀਰਥ ਨਾਮ ਕਹਿੰਦੇ ਤੀਰਥਾਂ ਤੇ ਨਹਾਉਣ ਜਾਓ, ਪਰ ਸਭ ਤੋਂ ਵੱਡਾ ਤੀਰਥ ਨਾਮ ਹੈ।
खंडन भी नहीं किया कि जाना ही नहीं चाहिए। गुरु नानक साहब महाराज आखन लगे फिर की होया भाई, चौका ते हर थां ते वो केड़ी थां है जो पवित्र नहीं है। पवित्र ते अपवित्र ये बंदे दी अपनी बिरती है। जे तुहाडी थॉट तुहाडी सोच किसी लिए बुरी है ना, बंदा कितना भी चंगा होवे तुहाडे लिए मिट्टी वर्गा है। इंसान कितना भी माड़ा होवे, किन्ने भी अवगुण होण, तुसीं करदे हो प्रेम, वो तुहानूं चंगा ही लगी जांदा है। ਉਹਦੇ ਔਗਣ ਵੀ ਤੁਹਾਨੂੰ ਉਹਦੇ ਨਖਰੇ ਲੱਗਦੇ ਆ, ਕਿਉਂਕਿ ਤੁਹਾਡੀ ਸੋਚ ਚੰਗੀ ਹੋਵੇ, ਤੁਹਾਡੇ ਖਿਆਲ ਚੰਗੇ ਆ। ਸਤਿਗੁਰੂ ਕਹਿੰਦੇ ਲਾਲੋ ਜੀ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ, ਮਨ ਦਾ ਪ੍ਰਭਾਵ ਹਰ ਚੀਜ਼ ਤੇ ਹੈ ਤੇ ਹਰ ਚੀਜ਼ ਦਾ ਪ੍ਰਭਾਵ ਮਨ ਉੱਤੇ। ਪਹਿਲੇ ਕੱਪੜਿਆਂ ਦਾ ਪ੍ਰਭਾਵ ਤੁਹਾਡੇ ਮਨ ਤੇ ਪੈਣਾ, ਖਾਦੇ ਭੋਜਨ ਦਾ ਪੈਣਾ। ਜਿਹੋ ਜੀ ਥਾਂ ਤੇ ਬੈਠੋਗੇ ਉਹੋ ਜਿਹਾ ਪ੍ਰਭਾਵ ਇਹ ਕਬੂਲੇਗਾ, ਪਰ ਭਗਤੀ ਵਾਲਿਆਂ ਤੇ ਕੋਈ ਅਸਰ ਨਹੀਂ, ਕਿਤੇ ਵੀ ਅਸਰ। ਔਰ ਜੰਗਲਾਂ ਵਿੱਚ ਬਹਿ ਕੇ ਵੀ ਪ੍ਰਸੰਨ ਨੇ, ਕਹਿੰਦੇ ਇੱਥੇ ਵੀ ਮੰਗਲ ਹੈ, ਇੱਥੇ ਵੀ ਖੁਸ਼ੀਆਂ ਨੇ। ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ, ਤਿਤਨੋ ਚੌਂਕਾ ਜਾਨੋ। ਮਰਦ ਕਹਿੰਦੇ ਭਾਈ ਲਾਲੋ ਤੁਸੀਂ ਚੌਂਕੇ ਦੀ ਗੱਲ ਕਰਦੇ ਹੋ, ਜਿੰਨੀ ਧਰਤੀ ਹੈ, ਜਿੰਨੀ ਸ੍ਰਿਸ਼ਟੀ ਹੈ, ਸਾਰੀ ਹੀ ਸਾਡਾ ਚੌਂਕਾ ਹੈ। ਆਖੋ ਸਤਿਨਾਮ। ਪਵਿੱਤਰ ਕਿਹੜੀ ਥਾਂ ਹੈ? ਇੱਥੇ ਬੁਰਾ ਕੀ ਹੈ? ਥਾਟ ਨੇ, ਵਿਚਾਰ ਨੇ ਆਪਣੇ, ਤੁਹਾਡੇ ਆਪਣੇ ਵਿਚਾਰ ਮਾੜੇ ਆ। ਤੁਸੀਂ ਗੁਰੂ ਘਰ ਦੇ ਅੰਦਰ ਬਹਿ ਕੇ ਵੀ ਚੰਗਾ ਸੋਚ ਨਹੀਂ ਸਕਦੇ। ਜੇ ਤੁਹਾਡੇ ਵਿਚਾਰ ਚੰਗੇ ਨੇ ਨਾ, ਮਾੜੇ ਬੰਦੇ ਦੀਆਂ ਮਾੜੀਆਂ ਹਰਕਤਾਂ ਵੇਖ ਕੇ ਵੀ ਉਹ ਤੇ ਬੁਰਾ ਸ਼ੱਕ ਨਹੀਂ ਕਰ ਸਕਦੇ। ਫਿਰ ਵੀ ਲੱਗਦਾ ਨਹੀਂ ਕੁਝ ਚੰਗਾ ਹੀ ਕਰਦਾ ਹੋਣਾ, ਮੈਨੂੰ ਭੁਲੇਖਾ ਹੈ। ਸਤਿਗੁਰ ਕਹਿੰਦੇ ਭਾਈ ਲਾਲੋ ਚੌਂਕਿਆਂ 'ਚ ਕੁਝ ਨਹੀਂ ਰੱਖਿਆ, ਸਾਰੀ ਧਰਤੀ ਚੌਂਕੇ ਵਰਗੀ ਹੈ। ਸ਼ਕਲੀ ਧਰਤੀ ਸ਼ੱਕਰ ਹੋਵੇ, ਖੁਸ਼ੀ ਕਰੇ ਨਿਤ ਜੀਵ। ਬਾਣੀ ਨੇ ਲਿਖਿਆ ਨਾ, ਕਹਿੰਦੇ ਸਾਰੀ ਧਰਤੀ ਸਾਨੂੰ ਸ਼ੱਕਰ ਵਰਗੀ ਲੱਗਦੀ ਹੈ, ਸਾਨੂੰ ਤੇ ਮਾੜਾ ਹੀ ਕੁਝ ਨਹੀਂ ਲੱਗਦਾ। ਉਹ ਕਿਹੜੀ ਥਾਂ ਜਿਹੜੀ ਬੁਰੀ ਹੈ? ਹੈ ਕੋਈ ਥਾਂ ਨਹੀਂ। ਇਨਸਾਨ ਦੇ ਬੈਠਣ ਕਰਕੇ, ਇਨਸਾਨ ਦੇ ਵਿਚਾਰਾਂ ਕਰਕੇ ਉਹ ਥਾਂ ਦਾ ਊਰਾ ਹੋ ਜਾਂਦਾ, ਇਫੈਕਟ ਪੈ ਜਾਂਦਾ ਉੱਤੇ। ਬੇਵਸ ਹੁੰਦੀਆਂ ਉੱਥੇ, ਪਰ ਥਾਂ ਤੇ ਕੋਈ ਮਾੜਾ ਨਹੀਂ। ਬੜੀਆਂ ਥਾਵਾਂ ਤੇ ਸ਼ਮਸ਼ਾਨ ਘਾਟ ਹੁੰਦੇ ਸੀ, ਅੱਜ ਗੁਰਦੁਆਰੇ ਬਣ ਗਏ। ਲੋਕਾਂ ਦੀਆਂ ਰਹਿਸ਼ਾਂ ਨੇ ਕੀ ਹੋ ਗਿਆ? ਹੋਇਆ ਕੁਛ ਨਹੀਂ ਸੀ, ਮਨ ਦੇ ਵਿਚਾਰ ਹੋਏ ਸੀ, ਮਨ ਦੇ ਵਹਿਮ ਸੀ, ਮਨ ਦੇ ਡਰ ਸੀ। ਤੇ ਜਿਨ੍ਹਾਂ ਦੇ ਮਨ ਦੇ ਅੰਦਰੋਂ ਭਰਮ ਨਹੀਂ ਜਾਂਦੇ, ਉਹ ਧਾਰਮਿਕ ਥਾਵਾਂ ਤੇ ਬਹਿ ਕੇ ਵੀ ਮਾੜੀਆਂ ਕਰਤੂਤਾਂ ਕਰਨ ਮੋੜੀ ਹੁੰਦੇ। ਗੱਲ ਤੇ ਬਿਰਤੀ ਵੀ ਹੈ। ਸਤਿਗੁਰ ਕਹਿੰਦੇ ਜੇ ਮਾੜੀ ਬਿਰਤੀ ਨਾਲ ਭੋਜਨ ਕੀਤਾ ਨਾ, ਭਾਵੇਂ ਚੌਂਕੇ 'ਚ ਬਹਿ ਕੇ ਕਰ ਲਿਓ, ਭਾਵੇਂ ਮੰਦਰ 'ਚ ਕਰ ਲਿਓ, ਨੁਕਸਾਨ ਉਸ ਭੋਜਨ ਨੇ ਕਰਨਾ ਹੀ ਕਰਨਾ। ਜੇ ਚੰਗੀ ਬਿਰਤੀ ਨਾਲ ਕੀਤਾ, ਉਹ ਕਿਸੇ ਵੀ ਥਾਂ ਤੇ ਬਹਿ ਜਾਓ, ਉਹ ਥਾਂ ਵੀ ਪਵਿੱਤਰ ਹੈ। ਜੇ ਤੁਹਾਡੀ ਰੂਹ ਪਵਿੱਤਰ ਹੈ, ਤੁਹਾਡੀ ਸੋਚ ਪਵਿੱਤਰ ਹੈ। ਗੁਰੂ ਸਾਹਿਬ ਕਹਿੰਦੇ ਭਾਈ ਲਾਲੋ ਸਾਡੇ ਲਈ ਤੇ ਸਾਰੀ ਧਰਤੀ ਚੌਂਕਾ ਹੈ, ਸਾਨੂੰ ਕੋਈ ਫਰਕ ਨਹੀਂ। ਸੱਚ ਰਤੇ ਸੇ ਸੂਚੇ ਹੋਏ, ਮਨ ਕੋ ਭਰਮ ਮਿਟਾਨੋ। ਭਾਈ ਸਾਚ ਰਤੇ ਸੇ ਸੂਚੇ ਹੋਏ, ਮਨ ਕੇ ਭਰਮ ਮਿਟਾਨੋ। ਜਿਹੜੇ ਸੱਚ ਨਾਲ ਰੱਤੇ ਗਏ, ਸੱਚ ਦਾ ਰੰਗ ਜਿਨ੍ਹਾਂ ਤੇ ਚੜ ਗਿਆ ਨਾ, ਉਹਨਾਂ ਦੇ ਅੰਦਰੋਂ ਭਰਮ ਤੇ ਵਹਿਮ ਕੱਟੇ ਗਏ। ਆਖੋ ਸਤਿਨਾਮ। ਆਪਾਂ ਕਹਿੰਦੇ ਆ ਬਿੱਲੀ ਫਲਾਣੇ ਦਾ ਰਾਹ ਕੱਟ ਗਈ, ਬੁਰਾ ਹੋ ਗਿਆ। ਤੇਰਾ ਤੇ ਪਤਾ ਨਹੀਂ ਬੁਰਾ ਹੋਇਆ ਕਿ ਨਹੀਂ ਹੋਇਆ, ਪਰ ਉਹ ਬਿੱਲੀ ਨੂੰ ਪੁੱਛ ਕੇ ਵੇਖ ਕਲ ਹੋਇਆ ਜਿਹਦੇ ਮੱਥੇ ਤੂੰ ਲੱਗਾ ਚੂਹਾ ਮਿਲਿਆ ਕਿ ਨਹੀਂ। ਆਖੋ ਸਤਿਨਾਮ। ਕਿਹੜੀ ਸੋਚ ਤੁਰਿਆ? ਅੱਜ ਮੈਂ ਫਲਾਣੇ ਦੀ ਸ਼ਕਲ ਵੇਖ ਲਈ, ਮੇਰਾ ਕੰਮ ਨਹੀਂ ਬਣਿਆ। ਸਭ ਤੋਂ ਪਹਿਲਾਂ ਤੇ ਸ਼ੀਸ਼ੇ 'ਚ ਮੂੰਹ ਆਪਣਾ ਹੀ ਵੇਖਿਆ ਸੀ, ਚਾਹੇ ਉਹ ਮਰਦ ਹੈ ਭਾਵੇਂ ਔਰਤ ਹੈ, ਮੂੰਹ ਤੇ ਆਪਣਾ ਹੀ ਸਵਾਰਿਆ ਸੀ ਨਾ, ਉੱਠ ਕੇ ਨਹਾ ਧੋ ਕੇ। ਤੇ ਫਿਰ ਕਿਹਦਾ ਮੂੰਹ ਕਾਲਾ ਹੋਇਆ? ਇਹ ਭਰਮ ਨੇ, ਇਹ ਵਹਿਮ ਨੇ। ਵਹਿਮਾਂ ਭਰਮਾਂ ਕਰਕੇ ਸਤਿਗੁਰ ਕਹਿੰਦੇ ਭਾਈ ਘਰ ਵੀ ਨਰਕ ਹੈ ਤੇ ਨਰਕ ਵੀ ਸਵਰਗ ਹੈ। ਆਖੋ ਸਤਿਨਾਮ। ਬਿਰਤੀ ਹੈ ਮਨ ਦੀ, ਤੂੰ ਭਰਮ ਨਾ ਕਰ। ਜਿੱਥੇ ਸੱਚ ਹੋਏਗਾ ਨਾ, ਸਾਚ ਰਤੇ ਤੇ ਸੂਚੇ ਸੇ, ਉਹ ਸੁੱਚੇ ਨੇ। ਨਾਮ ਜਪਣ ਵਾਲੇ ਸਦਾ ਹੀ ਸੁੱਚੇ ਆ। ਆਪਾਂ ਭੋਗ ਕਿਉਂ ਲਗਾਉਂਦੇ ਆ? ਕੜਾ ਪ੍ਰਸ਼ਾਦ ਕਿਉਂ? ਲੰਗਰ ਨੂੰ ਭੋਗ ਕਿਉਂ ਲੱਗਦਾ ਹੈ? ਗੁਰਸਿੱਖ ਆਪਣੇ ਘਰਾਂ ਵਿੱਚ ਭੋਗ ਕਿਉਂ ਲਗਾਉਂਦੇ ਆ? ਭੋਗ ਦਾ ਭਾਵ ਕੀ ਹੈ? ਇੱਕ ਤੇ ਸ੍ਰੀ ਸਾਹਿਬ ਸਰਬਲੋਧੀ ਹੈ, ਦੂਜਾ ਆਨੰਦ ਸਾਹਿਬ ਦਾ ਜਾਪ ਹੁੰਦਾ ਹੈ, 5 ਪੌੜੀਆਂ ਦਾ। ਜਦ ਬਾਣੀ ਪੜ੍ਹ ਕੇ ਸਿੱਖ ਬੜੀ ਪਿਆਰ ਦੀ ਬੇਨਤੀ ਗੁਰੂ ਅੱਗੇ ਕਰਦਾ ਹੈ, ਜੇ ਕਿਤੇ ਵਾਦ ਘਾਟ ਵੀ ਉਸ ਭੋਜਨ ਵਿੱਚ ਹੁੰਦੀ ਹੈ ਨਾ, ਸਤਿਗੁਰੂ ਉਹਨੂੰ ਸ਼ੁੱਧ ਬਣਾ ਦਿੰਦੇ। ਆਖੋ ਸਤਿਨਾਮ। ਜਿੱਥੇ ਬਾਣੀ ਦਾ ਅਸਰ ਹੋ ਗਿਆ, ਉਹਨੇ ਸ਼ੁੱਧ ਨਹੀਂ ਹੋਣਾ, ਸਤਿਗੁਰੂ ਪਵਿੱਤਰ ਹੋ ਜਾਂਦਾ।
ਬਣਾ ਦਿੰਦੀ ਹੈ ਪਵਿੱਤਰ। ਇਸੇ ਕਰਕੇ ਬਚਨ ਆਉਂਦੇ ਨੇ, ਕਰੀ ਪਾਕ ਸਾਲ ਸੂਝ ਪਵਿੱਤਰਾ, ਹੁਣ ਲਾਹੋ ਭੋਗ ਹਰ ਰਾਏ। ਐ ਰੱਬਾ ਮੇਰਿਆ ਹੁਣ ਆਪ ਜੀ ਭੋਗੋ, ਕਿਰਪਾ ਕਰੋ, ਇਹ ਰਸੋਈ ਪਾਕ ਸਾਲ ਪਵਿੱਤਰ ਹੈ। ਸੂਝ ਅੱਜ ਕੱਲ ਜਿਹੜੀਆਂ ਸਾਧਵੀਆਂ ਸੂਝਦੀਆਂ ਜੀ ਬ੍ਰਹਮ ਤੋਂ ਰਹੀਆਂ, ਇਹਨਾਂ ਵੀ ਜਦੋਂ ਧਰਮ ਨੂੰ ਪੜ੍ਹਿਆ ਨਾ, ਫਿਰ ਇਹਨਾਂ ਵੀ ਰੌਲਾ ਪਾਉਣਾ ਸ਼ੁਰੂ ਕਰਤਾ कि खाना खाने से पहले थॉट अच्छे बनाओ, पानी पीने से पहले अच्छे अच्छे सोचो। ऐसा केड़ा सोचो ਜਿਹਦੇ ਅੰਦਰ ਪਾਪ ਭਰਿਆ ਹੋਇਆ ਹੈ, ਸਦਾ ਹੀ ਬੁਰਾ ਸੋਚਣਾ ਹੈ, ਉਹ ਤੇ ਸੁੱਤਾ ਪਿਆ ਵੀ ਚੰਗਾ ਨਹੀਂ ਸੋਚਦਾ। ਹਾਂ, ਜਿਹੜਾ ਨਾਮ ਜਪਦਾ ਨਾ, ਉਹਨੂੰ ਚੰਗਾ ਸੋਚਣ ਦੀ ਲੋੜ ਨਹੀਂ ਪੈਂਦੀ, ਉਹਦੇ ਖਿਆਲ ਹੀ ਚੰਗੇ ਹੋ ਜਾਂਦੇ। ਸਤ ਸੰਗ ਵਿੱਚ ਬੈਠਣ ਵਾਲੇ ਨੂੰ ਚੰਗਾ ਬਣਨ ਦੀ ਲੋੜ ਨਹੀਂ ਹੈ, ਉਹ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ। ਪ੍ਰਭਾਵ ਹਰ ਚੀਜ਼ ਦਾ ਪੈਂਦਾ। ਸਤਿਗੁਰ ਕਹਿੰਦੇ ਭਾਈ ਲਾਲੋ ਇੱਥੇ ਹੀ ਲਾਇਆ, ਭਾਈ ਇੱਥੇ ਬਹਿ ਕੇ ਛਕ ਲਾਂਗੇ, ਸਾਡੇ ਲਈ ਧਰਤੀ ਚੌਂਕਾ ਹੈ, ਸਾਰੀ ਧਰਤੀ ਸੁੱਚੀ ਹੈ। ਸੁਣ ਕਰ ਲਾਲੋ ਬਿਕਸਿਓ ਤਬ ਹੀ ਆਨਿਓ ਭੋਜਨ ਤਾਈ। ਭਾਈ ਲਾਲੋ ਇੰਨੇ ਖੁਸ਼ ਹੋਏ, ਕਹਿੰਦੇ ਸ਼ੁਕਰ ਹੈ ਦਾਤਾ, ਮੇਰੇ ਅੰਦਰ ਦਾ ਭਰਮ ਗਿਆ, ਕਲੀਅਰ ਹੋ ਗਿਆ ਨਾ, ਮੈਂ ਇੱਥੇ ਭੋਜਨ ਛਕਾ ਦਿੰਦਾ। ਬਾਅਦ ਚ ਸੋਚੀ ਜਾਂਦਾ, ਗੁਰੂ ਸਾਹਿਬ ਬੇਦੀ ਵੰਸ ਚੋਂ ਨੇ, ਬੇਦੀ ਕੁੱਲ ਚੋਂ ਨੇ, ਉੱਚੀ ਜਾਤ ਵਿੱਚੋਂ ਨੇ, ਹਾਏ ਹਾਏ ਮੈਂ ਭੋਜਨ ਉੱਥੇ ਕਿਉਂ ਨਹੀਂ ਛਕਾਇਆ। ਵਹਿਮ ਕੱਢ ਲੈਣਾ ਚਾਹੀਦਾ, ਭਰਮ ਮਿਟਾ ਲੈਣਾ ਚਾਹੀਦਾ। ਜੇ ਨਹੀਂ ਮਿਟਦਾ ਤੇ ਵਾਧਾ ਵਾਧਾ ਐਡੀ ਦੂਰੀ ਬਣਾ ਦਿੰਦਾ, ਮਨ ਜ਼ਹਿਰ ਬਣਾ ਦਿੰਦਾ। ਭਾਈ ਲਾਲੋ ਦੌੜ ਕੇ ਗਏ, ਉਸ ਵੇਲੇ ਕਾਸ਼ੀ ਦੇ ਭਾਂਡੇ ਸੀ, ਭੋਜਨ ਰੱਖ ਕੇ ਥਾਲਾਂ ਵਿੱਚ ਪਰੋਸ ਕੇ ਸਤਿਗੁਰਾਂ ਦੇ ਸਨਮੁਖ ਰੱਖੇ ਆਏ। ਬਣੀ ਬਾਜਰੇ ਕੀ ਸ਼ੁਭ ਰੋਟੀ ਸਰਖਪ ਸਾਕ ਬਣਾਈ। ਹੁਣ ਇਸ ਥਾਲ ਦੇ ਵਿੱਚ ਕੋਦਰੇ ਦੀਆਂ ਰੋਟੀਆਂ, ਸਰਖਪ ਕਹਿੰਦੇ ਆ ਸਰੋਂ ਦਾ ਸਾਗ। ਅੱਜ ਕੱਲ ਸਾਡੇ ਬੱਚਿਆਂ ਨੂੰ ਨਹੀਂ ਪਤਾ ਕੋਦਰਾ ਕੀ ਹੈ। ਅਸੀਂ ਤੇ ਬ੍ਰੈਡ ਖਾਣ ਵਾਲੀ ਕੌਮ, ਕਿਹੜੀਆਂ ਕੁਰਬਾਨੀਆਂ। ਕੋਦਰਾ ਇਹਦੀਆਂ 12,000 ਕਿਸਮਾਂ ਨੇ। ਇਹ ਘਾਹ ਦੀ ਇੱਕ ਬੂਟੀ ਹੈ, ਜਵਾਰ ਤੇ ਬਾਜਰੇ ਦੀ ਕਿਸਮ ਹੈ ਕੋਦਰਾ। ਪਿੱਛੇ ਜੇ 550 ਸਾਲਾਂ ਗੁਰੂ ਨਾਨਕ ਸਾਹਿਬ ਜੀ ਦਾ ਚੱਲਿਆ, ਗੁਰੂ ਕੇ ਸਿੱਖਾਂ ਨੇ ਕੋਦਰੇ ਦੀ ਖੇਤੀ ਸ਼ੁਰੂ ਕੀਤੀ। 5000 ਏਕੜ ਬੀਜਿਆ ਗਿਆ ਪੰਜਾਬ ਦੀ ਧਰਤੀ ਤੇ, ਕਿਉਂਕਿ ਕੋਦਰੇ ਦਾ ਆਟਾ ਸਿਹਤ ਲਈ ਵਰਦਾਨ ਹੈ। 36 ਪ੍ਰਕਾਰ ਦੇ ਰੋਗ ਕੱਟੇ ਜਾਂਦੇ ਨੇ ਕੋਦਰੇ ਦਾ ਆਟਾ ਖਾਣ ਤੇ। ਹੁਣ ਬਿਮਾਰ ਕਿਉਂ ਆ? ਸਾਰੇ ਵੀਟ ਵਾਲੇ ਪਾਸੇ ਭੱਜੇ ਫਿਰਦੇ, ਕਣਕ ਵਾਲੇ ਪਾਸੇ ਭੱਜੇ ਫਿਰਦੇ। ਤੇ ਕਣਕ ਵੀ ਦੇਸੀ ਨਹੀਂ ਰਹੀ, ਹਾਈਬ੍ਰਿਡ ਆ ਗਈ। ਸਬਜ਼ੀਆਂ ਲੈ ਲਓ ਹਾਈਬ੍ਰਿਡ ਨੇ, ਫਰੂਟ ਲੈ ਲਓ ਹਾਈਬ੍ਰਿਡ ਨੇ, ਬਣਨਾ ਸਾਡਾ ਕੀ ਹੈ? ਹਰ ਚੀਜ਼ ਤੇ ਕੈਮੀਕਲ। ਪੁਰਾਣੇ ਸਮੇਂ ਦੇ ਲੋਕ ਅੱਜ ਵੀ ਪਿੰਡਾਂ ਦੇ ਵਿੱਚ ਕਣਕ, ਮੱਕੀ, ਰਾਂਗੀ ਇਤਿਆਦ ਚੀਜ਼ਾਂ ਜੌਆਂ ਨੂੰ ਮਿਲਾ ਕੇ ਰੋਟੀ ਖਾਂਦੇ ਸੀ, ਤੰਦਰੁਸਤ ਸਨ। ਪਰ ਉਹਨਾਂ ਸਮਿਆਂ ਵਿੱਚ ਕੋਦਰਾ ਤੇ ਬਾਜਰਾ ਦੋਨੋਂ ਨੇੜੇ ਨੇੜੇ ਦੀਆਂ ਕਿਸਮਾਂ ਨੇ। ਬਾਜਰੇ ਦੀ ਰੋਟੀ ਵੀ ਗਰਮਾ ਗਰਮ ਖਾਧੀ ਜਾ ਸਕਦੀ ਹੈ, ਥੋੜੀ ਜਿਹੀ ਠੰਡੀ ਹੋ ਗਈ ਪੱਥਰ ਵਰਗੀ ਹੋ ਜਾਂਦੀ। ਕੋਦਰਾ ਵੀ ਫਰੈਸ਼ ਖਾਈਏ, ਬਹੁਤ ਟੇਸਟੀ ਹੈ, ਬੜਾ ਸਵਾਦ ਹੈ, ਬੜਾ ਕੁਝ ਬਣਦਾ ਹੈ। ਬੜੇ ਗੁਰਸਿੱਖਾਂ ਨੇ ਸ਼ੁਰੂ ਕੀਤਾ, ਕਹਿੰਦੇ ਜਿੱਥੋਂ ਮਿਲਦਾ ਲੈ ਕੇ ਆਈਏ, ਭਾਵੇਂ ਥੋੜਾ ਹੀ ਬਣਾਓ ਪਰ ਚੰਗਾ ਬਣੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਖੁਰਾਕ ਸੀ ਕੋਦਰਾ, ਤੇ ਸਿੱਖਾਂ ਦੀ ਖੁਰਾਕ ਸਾਡੀ ਬਰਗਰ ਪੀਜੇ। ਆਖੋ ਸਤਿਨਾਮ। ਤੇ ਬਣਨਾ ਕੀ ਹੈ? ਮੈਂ ਵਿੱਚ ਹੀ ਆ, ਮੈਂ ਕਿਹੜਾ ਬਾਹਰ। ਖੁਰਾਕ ਸਾਡੀ ਕੀ ਬਣੀ ਹੋਈ ਹੈ? ਇਹ ਹਾਲਾਤ ਮਾੜੇ। ਉਹਨਾਂ ਸਮਿਆਂ ਵਿੱਚ ਕੋਦਰੇ ਦੀ ਰੋਟੀ ਲਿਆ ਕੇ ਰੱਖੀ ਤੇ ਭਾਈ ਮਰਦਾਨੇ ਨੇ ਵੇਖੀ ਪਹਿਲੀ ਵਾਰ, ਕਿਉਂਕਿ ਕੋਦਰਾ ਖਾਣਾ ਸੌਖਾ ਥੋੜੀ ਹੈ। ਜਿਨ੍ਹਾਂ ਖਾਧਾ ਉਹਨਾਂ ਨੂੰ ਪੁੱਛ ਕੇ ਵੇਖੋ, ਆ ਪਿਓਰ ਬਾਜਰੇ ਦੀ ਰੋਟੀ ਤੁਹਾਡੇ ਚੋਂ ਕੌਣ ਖਾ ਸਕਦਾ? ਬਿਰਲੇ ਆ, ਬਿਰਲੇ ਆ। ਮਿਕਸ ਕਰਕੇ ਖਾ ਲੈਂਦੇ ਆ, ਖਾਣੀ ਔਖੀ ਹੈ, ਗਲ ਨੂੰ ਲੱਗਦੀ ਜਾਂਦੀ ਹੈ। ਹੁਣ ਉਸ ਵੇਲੇ ਜਦੋਂ ਥਾਲ ਪਰੋਸੇ, ਕੋਦਰੇ ਦਾ ਵੀ ਸੇਬ ਦਾ ਹੀ ਰੰਗ ਸੀ ਤੇ ਸਾਗ ਵੀ ਰੱਖਿਆ। ਭਾਈ ਲਾਲੋ ਤੋਂ ਸਾਗ ਵਿੱਚ ਨਮਕ ਨਹੀਂ ਪਿਆ। ਕਿਉਂ? ਪ੍ਰੇਮ ਦੇ ਵਿੱਚ ਝੱਲਾ ਹੋਇਆ ਸੀ, ਕੁਝ ਪਤਾ ਹੀ ਨਹੀਂ ਸੀ ਲੱਗਦਾ ਕੀ ਪਾਉਣਾ ਕੀ ਨਹੀਂ। ਆਖੋ ਸਤਿਨਾਮ। ਪ੍ਰੇਮ ਦੀ ਅਵਸਥਾ ਹੈ, ਪਿਆਰ ਦੀ ਅਵਸਥਾ ਏ। ਪ੍ਰੇਮ ਵਾਲੇ ਤੇ ਚਾਹ ਵਿੱਚ ਲੂਣ ਪਾ ਦਿੰਦੇ ਆ, ਸਬਜ਼ੀ ਚ ਪੱਤੀ ਠੋਕ ਦਿੰਦੇ ਆ। ਅੱਜ ਦੇ ਜ਼ਮਾਨੇ ਵਿੱਚ ਵੀ ਇਹ ਹੋ ਜਾਂਦਾ। ਪਰ ਉਹਨਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਜਦੋਂ ਕਹਿੰਦੇ ਸਾਗ ਰੱਖਿਆ ਤੇ ਕੋਦਰੇ ਦੀ ਰੱਖ ਦੀ ਰੋਟੀ, ਭਾਈ ਮਰਦਾਨਾ ਮਰਦ ਦੇ ਮੁਖ ਵੱਲ ਵੇਖੀ ਜਾਏ, ਇਹ ਖਾਣੀ ਕਿਵੇਂ? ਇੱਕ ਇੱਕ ਰੋਟੀ ਹੈ, ਜ਼ਿਆਦਾ ਹੈ ਨਹੀਂ। ਜਿੰਨਾ ਸਰਦਾ ਬਣਦਾ ਸੀ ਭਾਈ ਲਾਲੋ ਨੇ ਲਿਆ ਕੇ ਸਾਨੂੰ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਜੀ ਦੇ ਹੱਥ ਸੁੱਚੇ ਕਰਾਉਣ ਤੋਂ ਬਾਅਦ ਸਾਹਮਣੇ ਥਾਲ ਪਰੋਸੇ ਆਏ। ਮਰਦਾਨੇ ਅਵਲੋਕ ਆਹਾਰਾ
ਮਨ ਮੇ ਘਟੀ ਵਿਚਾਰੇ। ਭਾਈ ਮਰਦਾਨੇ ਨੇ ਜਦੋਂ ਭੋਜਨ ਦਾ ਥਾਲ ਵੇਖਿਆ ਤੇ ਸੁੱਖ ਦਾ ਸਾਹ ਆਇਆ, ਕਹਿੰਦਾ ਸ਼ੁਕਰ ਹੈ ਬਾਬਾ, ਸ਼ੁਕਰ ਹੈ, ਮਸਾਂ ਹੀ ਨਸੀਬ ਹੋਇਆ, ਇੰਨੇ ਦਿਨਾਂ ਦਾ ਸਫ਼ਰ ਤੈਅ ਕੀਤਾ, ਕਿਤੇ ਮਿਲ ਗਈ ਨਾ ਮਿਲ ਗਈ। ਹੁਣ ਜਿਹਨੇ ਬਣਾਈ ਸੀ ਉਹ ਗਰਮਾ ਗਰਮ ਲੈ ਕੇ ਆਇਆ ਬਣਾ ਕੇ। ਸਰੋਂ ਦਾ ਸਾਗ ਹੋਵੇ ਤੇ ਫਿਰ ਪੰਜਾਬੀ ਕਹਿੰਦਾ ਜਿਹਨੂੰ ਸਾਗ ਨਾ ਪਸੰਦ ਹੋਵੇ ਤੇ ਖੁਸ਼ਬੂ ਆਵੇ, ਮਹਿਕ ਆਵੇ ਸਾਗ ਦੇ ਵਿੱਚੋਂ। ਭਾਈ ਮਰਦਾਨਾ ਥਾਲ ਵੱਲ ਵੇਖਦਾ ਤੇ ਗੁਰੂ ਸਾਹਿਬ ਨੇ ਮਰਦਾਨੇ ਵੱਲ ਵੇਖਿਆ ਵੀ ਮਰ ਮਿਟਿਆ ਰੋਟੀ ਤੇ ਆਖਰ ਸਾਡਾ ਨਾਮ ਜਾ ਨਿਕਲੀ ਪਈ, ਭੁੱਖ ਲੱਗੀ ਸੀ ਬਹੁਤ। ਇਹ ਮਰਦਾਨੇ ਨੂੰ ਬੜੀ ਖੁਸ਼ੀ ਕਿ ਨਵੀਂ ਦੀ ਚੀਜ਼ ਹੈ, ਕੋਧਰਾ ਨਹੀਂ ਸੀ ਖਾਂਦਾ ਕਿਉਂਕਿ ਗਰੀਬ ਪਰਿਵਾਰ ਵਿੱਚ ਸੀ। ਇਹ ਅਮੀਰਾਂ ਦਾ ਭੋਜਨ ਸੀ ਉਹਨਾਂ ਸਮਿਆਂ 'ਚ, ਫਿਰ ਲੋਕੀ ਇਹਨੂੰ ਗਰੀਬਾਂ ਦਾ ਬਣਾਉਣ ਲੱਗੇ। ਹੁਣ ਫਿਰ ਅਮੀਰਾਂ ਨੇ ਅਡਾਪਟ ਕਰ ਲਿਆ। ਅੱਗੇ ਕਹਿੰਦੇ ਸੀ ਨਾ ਅੱਜ ਤੋਂ 50 ਸਾਲ ਪਹਿਲਾਂ 30 ਸਾਲ ਪਹਿਲਾਂ ਕਹਿੰਦੇ ਸਾਈਕਲ ਤੇ ਚੱਲਣ ਵਾਲਾ ਗਰੀਬ ਹੈ, ਪੈਦਲ ਤੁਰਨ ਵਾਲਾ ਗਰੀਬ ਹੈ। ਹੁਣ ਅਮੀਰਾਂ ਨੇ ਗੱਡੀਆਂ ਗੈਰਜਾਂ ਚਲਾਈਆਂ ਨੇ ਤੇ ਸਾਈਕਲ ਲਈ ਫਿਰਦੇ, ਪੈਦਲ ਤੁਰੇ ਫਿਰਦੇ ਆ। ਜਿਹੜੀਆਂ ਚੀਜ਼ਾਂ ਕਦੇ ਗਰੀਬਾਂ ਨਾਲ ਜੁੜੀਆਂ ਸੀ ਅੱਜ ਅਮੀਰ ਅਡਾਪਟ ਕਰਦੇ ਫਿਰਦੇ, ਉਹ ਕਰ ਰਹੇ ਆ, ਇਸ ਪਾਸੇ ਭੱਜੇ ਫਿਰਦੇ। ਹੈ ਤੇ ਕੁਦਰਤੀ ਸਾਈਕਲ ਹੈ, ਜੋ ਬੰਦਾ ਛੱਡੀ ਜਾਂਦਾ ਫਿਰ ਅਪਣਾਉਣਾ ਪੈਂਦਾ। ਭਾਈ ਮਰਦਾਨਾ ਜੀ ਬੜੇ ਖੁਸ਼, ਮਰਦ ਕਹਿੰਦੇ ਛੱਡ ਲਾ ਫਿਰ ਮਰਦਾਨੇ। ਗੁਰੂ ਨਾਨਕ ਸਾਹਿਬ ਜੀ ਨੇ ਸਤ ਕਰਤਾਰ ਆਖਿਆ, ਰੱਬ ਦਾ ਨਾਮ ਲਿਆ, ਸ਼ੁਕਰ ਕੀਤਾ, ਇੱਕ ਕੌੜੀ ਇੱਕ ਬੁਰਕੀ ਤੋੜੀ ਹੈ, ਸੁਭਾਵਕ ਮੁਖ ਵਿੱਚ ਪਾਈ ਹੈ। ਇਹ ਬਿਦ ਗੁਣੀ ਸੁਜਾਨੀ ਸ੍ਰੀ ਗੁਰ ਅੰਤਰਜਾਮੀ ਸਾਰੇ। ਹੁਣ ਸਤਿਗੁਰ ਦੀ ਜਾਣਦੇ ਸੀ ਭਾਈ ਮਰਦਾਨੇ ਦੇ ਅੰਦਰ ਕੀ ਚੱਲਦਾ ਹੈ, ਦਿਲ ਦੀ ਜਾਣਨ ਵਾਲੇ ਇਸੇ ਕਰਕੇ ਵਾਰ-ਵਾਰ ਤੱਕਦੇ ਨੇ। ਮਰਦਾਨੇ ਕਿਉਂ ਗਿਣਤੀ ਕੀਨੀ ਅਚਵੋ ਜਾਨੋ ਤਬ ਹੀ। ਗੁਰੂ ਸਾਹਿਬ ਨੇ ਵੇਖਿਆ ਭੁੱਖੇ ਨੂੰ ਲੱਗੀ ਹੈ ਪਰ ਰੋਟੀ ਇਹਨੂੰ ਪਸੰਦ ਨਹੀਂ, ਕੋਧਰਾ ਹੈ, ਪਤਾ ਨਹੀਂ ਕਿਹੋ ਜਿਹੀ ਹੋਣੀ। ਸਤਿਗੁਰ ਵੇਖਦੇ ਆ ਵੀ ਇਹ ਗਿਣਤੀਆਂ ਜਿਹੀਆਂ ਕਰਦਾ ਮਨ ਦੇ ਵਿੱਚ, ਖਾਵਾਂ ਨਾ ਖਾਵਾਂ, ਖਾਧੀ ਜਾਊਗੀ ਕਿ ਨਹੀਂ। ਹਾਰ ਕੇ ਸੱਚੇ ਪਾਤਸ਼ਾਹ ਨੇ ਕਿਹਾ ਮਰਦਾਨਿਆ ਕੀ ਗਿਣਦਾ ਹੈ, ਖਾ ਕੇ ਵੇਖ। ਪਹਿਲੀ ਵਾਰ ਭੋਜਨ, ਪਰ ਗੁਰੂ ਸਾਹਿਬ ਛਕ ਲੈਂਦੇ ਸੀ ਕਦੇ ਕਦੇ ਭੋਜਨ। ਅੱਗੇ ਚੀਜ਼ਾਂ ਆਮ ਸੀਆਂ, ਇਹ ਖੁਰਾਕਾਂ ਸਨ ਸਾਡੇ ਦੇਸ਼ ਦੀਆਂ, ਤੇ ਜਦੋਂ ਸਾਡੇ 'ਚ ਕੈਮੀਕਲ ਲਿਆ ਕੇ ਵਾੜੇ ਗਏ ਚਾਹ ਵਰਗੀਆਂ ਚੀਜ਼ਾਂ, ਉਹ ਅਸੀਂ ਲਿਫਾਫੇ ਬਣ ਕੇ ਲੈ ਗਏ। ਅੱਜ ਫਰੈਸ਼ ਚੀਜ਼ ਖਾਣੀ ਸਾਨੂੰ ਪਸੰਦ ਨਹੀਂ ਹੈ। ਤਾਜ਼ੇ ਆਲੂ ਇੱਕ ਦਿਨ ਦੇ ਪਏ ਹੁਣ ਫਰਿੱਜ 'ਚ ਪਸੰਦ ਨਹੀਂ, ਪਰ 3 ਮਹੀਨੇ ਪੁਰਾਣੇ ਆਏ ਲੇਜ਼ ਉਹ ਪਸੰਦ ਨੇ, ਉਹ ਸਵਾਦ ਲੱਗਦੇ। ਬੇਸ਼ੱਕ ਬੇਹੇ ਨੇ, ਘਰ ਦਾ ਫਰੈਸ਼ ਜੂਸ ਚੰਗਾ ਨਹੀਂ ਲੱਗਦਾ ਇੱਕ ਦਿਨ ਦਾ ਪਿਆ ਹੋਵੇ, ਡੱਬਿਆਂ 'ਚ ਬੰਦ ਹੋਵੇ 6-6 ਮਹੀਨੇ ਦਾ, ਤੇ ਟੌਰ ਨਾ ਖਾਣੇ। ਇਹ ਕੀ ਹੈ, ਕਿਹੜੇ ਪਾਸੇ ਤੁਰੇ ਜਾਂਦੇ ਆਪਾਂ ਸਾਰੇ ਵਿੱਚ ਹੀ ਆ। ਸਮੇਂ ਦੀ ਹਾਲਾਤ, ਕਾਰਪੋਰੇਟ ਲੋਕਾਂ ਨੇ ਸਾਡੀ ਸੋਚ ਹੀ ਇਦਾਂ ਦੀ ਬਣਾਤੀ। ਉਹਨਾਂ ਨੇ ਆਪਣੇ ਇੰਜੀਨੀਅਰ, ਆਪਣੇ ਡਾਕਟਰ ਸੈੱਟ ਕਰਦੇ ਵੀ ਇਹ ਚਾਕਲੇਟ ਖਾਓਗੇ ਆਹ ਬੈਨੀਫਿਟ ਹੋਊਗਾ, ਆਹ ਜੂਸ ਪੀਓਗੇ ਆਹ ਹੋਊਗਾ। ਅਸੀਂ ਕੁਦਰਤੀ ਖੇਤੀ ਤੇ ਕੁਦਰਤੀ ਚੀਜ਼ਾਂ ਛੱਡ ਗਏ। ਚਲੋ ਅੱਜ ਫਿਰ ਸਤਿਗੁਰਾਂ ਦੀ ਕਿਰਪਾ ਪੰਜਾਬ ਦੀ ਧਰਤੀ ਤੇ ਹੋ ਰਹੀ ਹੈ, ਆਰਗੈਨਿਕ ਵਾਲੇ ਪਾਸੇ ਤੁਰੇ ਆ ਰਹੇ। ਮਰਦ ਨੇ ਵੇਖਿਆ ਵੀ ਭਾਈ ਮਰਦਾਨੇ ਨੂੰ ਭੁੱਖ ਤੇ ਬਹੁਤ ਲੱਗੀ ਹੈ, ਸਾਗ ਬਹੁਤ ਪਸੰਦ ਹੈ, ਪਰ ਗਰਾਰੀ ਅੜੀ ਰੋਟੀ ਤੇ ਵੀ ਜਿਹੜੀ ਚੀਜ਼ ਪਹਿਲਾਂ ਖਾਧੀ ਨਹੀਂ ਹੁੰਦੀ, ਬੰਦਾ ਵੇਖ ਕੇ ਜਵਾਬ ਦੇ ਦਿੰਦਾ ਵੀ ਮੈਂ ਨਹੀਂ ਖਾਣੀ, ਕੁਛ ਹੋਰ ਲਿਆਓ। ਪਰ ਹੁਣ ਭਾਈ ਲਾਲੋ ਉਹਨੇ ਕੋਧਰਾ ਪਰੋਸਿਆ, ਘਾਹ ਦੇ ਵਰਗੀ ਰੋਟੀ ਹੈ ਸਾਹਮਣੇ ਪਈ ਹੈ। ਮਰਦ ਨੇ ਦਿਲ ਦਾ ਫੁਲਕਾ ਛਕ ਲਿਆ, ਪਰ ਭਾਈ ਲਾਲੋ ਵੇਖ ਰਹੇ ਨੇ ਵੀ ਇਹ ਸਿੱਖ ਨੂੰ ਰੋਟੀ ਲੱਗਦਾ ਪਸੰਦ ਨਹੀਂ ਗਈ। ਪਰ ਭਾਈ ਮਰਦਾਨਾ ਨਾ ਕਰਦਾ, ਉਹ ਫਿਰ ਬੁਰਕੀ ਤੋੜਦਾ ਏ। ਕਹਿ ਕਰ ਦੀਨੋ ਨਿਜ ਕਰ ਅਸਨਾ, ਜੋ ਦਾਨੀ ਸੁਖ ਸਭ ਹੀ। ਆਖਰਕਾਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਥਾਲ ਵਿੱਚੋਂ ਬੁਰਕੀ ਤੋੜ ਕੇ ਭਾਈ ਮਰਦਾਨੇ ਦੇ ਸਾਹਮਣੇ ਰੱਖੀ। ਕਹਿੰਦੇ ਮਰਦਾਨਿਆ ਆਹ ਖਾ। ਕਿੱਡੇ ਭਾਗਾਂ ਵਾਲਾ ਹੋਣਾ ਜੀ, ਜਿਹਨੂੰ ਸਤਿਗੁਰ ਜੀ ਆਪਣੀ ਥਾਲੀ ਚੋਂ ਆਪ ਬੁਰਕੀ ਤੋੜ ਕੇ ਦੇ ਰਹੇ ਆ, ਉਹ ਸਿੱਖ ਦੀ ਮਹਿਮਾ ਗਾਇਆ ਵੀ ਕਰ ਜਾਣਾ ਸੀ। ਭਾਈ ਮਰਦਾਨਾ ਜੀ ਨੇ ਬੁਰਕੀ ਚੁੱਕੀ, ਗੁਰੂ ਸਾਹਿਬ ਦੇ ਹੱਥਾਂ ਦੀ ਆਪਣੀ ਬੁਰਕੀ ਵਿੱਚ ਹੀ ਪਈ ਹੈ, ਮੁੱਖ ਵਿੱਚ ਪਾਈ। ਬੜਾ ਵਧੀਆ ਲੱਗਿਆ ਜਿਉਂ ਚਬਾਉਣ ਲੱਗੇ ਆ, ਕਿਉਂਕਿ ਕੋਧਰਾ ਹੋਵੇ ਬਾਜਰਾ ਹੋਵੇ ਇਹਨਾਂ ਨੂੰ ਚਬਾਉਣਾ ਪੈਂਦਾ ਹੈ, ਤੇ ਬ੍ਰੈਡ ਚਬਾਉਣੇ ਪੈਂਦੇ ਆ, ਮੈਦਾ ਚਬਾਉਣਾ ਪੈਂਦਾ, ਈਜ਼ੀ ਟੂ ਵੇ। ਬਸ ਅੰਦਰ ਸਿੱਟੀ ਚਲੋ ਮੁੜ ਕੇ ਡਾਕਟਰ ਕਹਿੰਦੇ ਆ ਜਾ ਸਰਜਰੀ ਕਰਦੇ, ਤੇਰੇ ਅੰਦਰ ਹੁਣ ਆਹ ਹੋ ਗਿਆ, ਤੇਰੇ ਅੰਦਰ ਆਹ ਬਣ ਗਿਆ, ਸਟੋਨ ਬਣ ਗਏ ਆ, ਤੇਰਾ ਗਲ ਬਲੱਡਰ ਖਰਾਬ ਹੋ ਰਿਹਾ, ਫਲਾਣੀ ਚੀਜ਼ ਹੋ ਗਈ, ਹਾਈਡਰੇਟ ਬਣਦੇ ਸ਼ੁਰੂ ਹੋ ਗਏ। ਕਿੱਥੋਂ ਇਹ ਦੰਦਾਂ ਦਾ ਕੰਮ ਸਾਡੀਆਂ ਅੰਤੜੀਆਂ ਕਰ ਰਹੀਆਂ ਨੇ। ਪਰ ਉਹਨਾਂ ਸਮਿਆਂ ਦੇ ਵਿੱਚ ਗੰਨੇ ਹੋ ਗਏ,
ਛੋਲੇ ਹੋ ਗਏ, ਇਹ ਚੱਬਣ ਵਾਲੀਆਂ ਚੀਜ਼ਾਂ ਸੀ। ਕੋਈ ਡੈਂਟਿਸਟ ਕੋਲ ਨਹੀਂ ਸੀ ਜਾਂਦਾ ਦੰਦ ਵਿਖਾਉਣ ਵਾਸਤੇ। ਦੰਦ ਘਰੀ ਦਾਤਣਾ ਕਰਨੀਆਂ, ਪਾੜ ਸੁੱਟ ਦੇਣੀ ਹੁਣ ਤੇ ਬ੍ਰਸ਼ ਸਾਡੇ ਦੰਦ ਛਿੱਲ ਦਿੰਦੇ ਆ। ਜਿਸ ਵੇਲੇ ਭਾਈ ਮਰਦਾਨਾ ਜੀ ਨੇ ਉਹ ਚੱਬਿਆ ਜ਼ੋਰ ਦੀ, ਕਿਉਂਕਿ ਚਬਾਉਣ ਵਾਲੀਆਂ ਚੀਜ਼ਾਂ ਨੇ, ਤੇ ਜਦੋਂ ਚਬਾਇਆ ਨਾ, ਕਹਿੰਦੇ ਉਹਦਾ ਇੰਨਾ ਆਨੰਦ ਸੀ, ਇੰਨਾ ਰਸ ਸੀ, ਅੱਖਾਂ ਬੰਦ ਹੋ ਗਈਆਂ। ਅਸੀਂ ਕਿਸੇ ਚੀਜ਼ ਨੂੰ ਟੇਸਟ ਕਰਦੇ ਹਾਂ ਨਾ, ਜਦੋਂ ਸਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗੇ, ਸਿਰਾ ਹੋ ਗਈ ਉਹਦਾ, ਤੇ ਫਿਰ ਅੱਖਾਂ ਜੀਆਂ ਬੰਦ ਹੋਣ ਲੱਗ ਜਾਂਦੀਆਂ, ਬੰਦਾ ਰਸ ਲੈਂਦਾ ਹੈ, ਬੜਾ ਵਧੀਆ ਲੱਗਦਾ ਹੈ। ਤੇ ਭਾਈ ਮਰਦਾਨਾ ਜੀ ਕਹਿੰਦੇ ਬੁਰਕੀ ਨੂੰ ਚਬਾ ਕੇ ਹੌਲੀ ਪਿਆਰ ਵਿੱਚ ਛਕਦੇ ਨੇ। ਮਰਦਾਨੇ ਤਾਂ ਪਾਇਓ ਕੋਰਾ, ਸੁਦਾ ਸੁਆਦ ਜਨ ਆਇਆ। ਹੁਣ ਜਿਸ ਵੇਲੇ ਸਤਿਗੁਰਾਂ ਦੀ ਬਖਸ਼ੀ ਬੁਰਕੀ, ਜਿਹਨੂੰ ਕੌੜੀ ਕਹਿੰਦੇ ਆ, ਮੁਖ ਵਿੱਚ ਪਾਈ, ਕਹਿੰਦੇ ਏਦਾਂ ਦਾ ਸਵਾਦ ਸੀ ਜਿਹਨੇ ਅੰਮ੍ਰਿਤ ਚਖਿਆ ਹੋਵੇ। ਅੱਖਾਂ ਬੰਦ, ਫੈਂਟੈਸਟਿਕ, ਦੱਸੇ ਨਹੀਂ ਆ ਰਿਹਾ ਰਸ ਕਿਹੋ ਜਿਹਾ। ਤੇ ਗੁਰੂ ਸਾਹਿਬ ਨੇ ਵੇਖਿਆ, ਪਹਿਲਾਂ ਗਿਣਤੀਆਂ ਦੀਆਂ ਗਿਣਦਾ ਸੀ, ਅੱਖਾਂ ਦੀਆਂ ਕੱਢਦਾ ਸੀ ਰੋਟੀ ਨੂੰ, ਹੁਣ ਅੱਖਾਂ ਨਹੀਂ ਖੋਲ੍ਹਦਾ। ਇੱਕ ਬੁਰਕੀ ਨੂੰ ਬੜੇ ਪਿਆਰ ਵਿੱਚ ਭਾਈ ਮਰਦਾਨਾ ਜੀ ਕਾਫੀ ਦੇਰ ਤੱਕ ਚਬਾਉਂਦੇ ਰਹੇ। ਪਰਮ ਪੁਰਖ ਪੂਰਨ ਪਰਮਾਤਮਾ, ਸ੍ਰੀ ਮੁਖ ਵਾਕ ਲਾਇਆ। ਨਾਨਕ ਸਾਹਿਬ ਮਹਾਰਾਜ ਨੇ ਹਲਾ ਕੇ ਆਖਿਆ, ਕਹਿੰਦੇ ਉਹ ਮਰਦਾਨਿਆ ਅੱਖਾਂ ਖੋਲ। ਕਿਵੇਂ ਆ ਭਾਈ ਪ੍ਰਸ਼ਾਦਾ? ਭਾਈ ਮਰਦਾਨਾ ਜੀ ਨੇ ਨੇਤਰ ਖੋਲੇ, ਫਿਰ ਆਪਣੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਜਦੋਂ ਰਸ ਹੋਵੇ, ਸਵਾਦ ਹੋਵੇ, ਸੱਚੀ ਉਹਨੂੰ ਬੋਲਣ ਨੂੰ ਜੀ ਨਹੀਂ ਕਰਦਾ। ਉਹ ਕੋਈ ਵੀ ਰਸ ਹੋਵੇ, ਭਾਵੇਂ ਸਰੀਰ ਦੇ ਨੇ, ਭਾਵੇਂ ਰੂਹ ਦੇ ਨੇ, ਨਾਮ ਜਪਦਿਆਂ ਰਸ ਆਵੇ, ਸਿਮਰਨ ਕਰਦਿਆਂ ਜੀ ਕਰਦਾ ਕੋਈ ਬੁਲਾਵੇ ਨਾ। ਕਿਸੇ ਨੂੰ ਆ ਸੰਸਾਰ ਦੀਆਂ ਮੂਵੀਆਂ, ਫਿਲਮਾਂ, ਗੀਤ ਸੁਣਨ ਦਾ ਰਸ ਆਉਂਦਾ, ਕਹਿੰਦਾ ਮੈਨੂੰ ਡਿਸਟਰਬ ਨਾ ਕਰੋ, ਜਾਂਦੇ ਮਾਤਾ ਦਰਵਾਜ਼ਾ ਲਾ ਜੀ, ਉਹਦਾ ਰਸ ਉੱਥੇ ਹੈ। ਕਿਸੇ ਨੂੰ ਖਾਣ ਪੀਣ ਵਿੱਚ ਸਵਾਦ ਹੋ, ਕਹਿੰਦਾ ਕਿਸੇ ਦੇ ਸਾਹਮਣੇ ਬਹਿ ਕੇ ਨਹੀਂ ਖਾਣਾ, ਜੇ ਸਾਹਮਣੇ ਬੈਠੂ ਤੇ ਕੋਈ ਮੰਗ ਲੂਗਾ। ਰਸ ਆ। ਤੇ ਭਾਈ ਮਰਦਾਨੇ ਜੀ ਨੂੰ ਰਸ ਇੰਨਾ ਆਇਆ, ਮਰਦ ਨੇ ਫੇਰ ਪੁੱਛਿਆ, ਮਰਦਾਨਿਆ ਭੋਜਨ ਰੋਟੀ ਤੈਨੂੰ ਕਿਵੇਂ ਲੱਗੀ ਐ? ਹਸਨ ਬਨਿਓ ਹੈ ਕੈਸੀ ਸਵਾਦਾ, ਦੇਵੋ ਸੁਧ ਮਰਦਾਨਾ। ਮਰਦ ਕਹਿੰਦੇ ਮਰਦਾਨਿਆ ਕੋਈ ਖਬਰਸਾਰ ਤੇ ਦੇ ਭਾਈ, ਸਵਾਦ ਵੀ ਲੱਗੀ ਰੋਟੀ ਕਿ ਨਹੀਂ? ਭਾਈ ਲਾਲੋ ਜੀ ਹੱਥ ਜੋੜ ਕੇ ਸਾਹਮਣੇ ਖੜੇ ਆ, ਮੋਢੇ ਤੇ ਕੱਪੜਾ ਰੱਖਿਆ, ਜਲ ਦਾ ਗੜਬਾ ਕੋਲੇ ਰੱਖਿਆ, ਹੱਥ ਸੁੱਚੇ ਕਰਾਉਣ ਵਾਸਤੇ ਜਲ ਵੱਡੇ ਗਲਾਸਾਂ ਵਿੱਚ ਪਾ ਕੇ ਰੱਖਿਆ। ਪਲੰਗੇ ਤੇ ਬੈਠੇ ਮਰਦ ਛਕ ਰਹੇ ਆ, ਸਾਹਮਣੇ ਭਾਈ ਮਰਦਾਨਾ ਤੇ ਭਾਈ ਲਾਲੋ ਜੀ ਹੱਥ ਜੋੜ ਕੇ ਖੜੇ। ਗਰੀਬ ਸਿੰਘ ਜਿੰਨਾ ਸਰਦਾ ਬਣਦਾ ਸੀ ਲਿਆ ਕੇ ਸਾਰਾ ਕੁਝ ਰੱਖਦਾ। ਸੱਚੀ ਜਿਹੜਾ ਆਨੰਦ ਗਰੀਬ ਦੇ ਘਰੇ ਆਉਂਦਾ ਨਾ, ਮਾਫ ਕਰਿਓ, ਵੱਡੇ ਮਹਿਲਾਂ ਤੇ ਹੋਟਲਾਂ ਚ ਨਹੀਂ, ਆਖੋ ਸਤਿਨਾਮ। ਬੜੀ ਵਾਰ ਵੇਖਿਆ ਜਿਹੜਾ ਰਸ ਗਰੀਬ ਦੀ ਰੋਟੀ ਚ, ਕਿਉਂ ਹੈ? ਉਹਦੀ ਭਾਵਨਾ ਹੀ ਨਹੀਂ, ਉਹਨੂੰ ਲੱਗਦਾ ਮੇਰੇ ਘਰ ਰੱਬ ਆਇਆ। ਤੇ ਅਮੀਰ ਕਹਿੰਦਾ ਲੈ ਇਹੋ ਜਿਹੇ ਵੀ ਤੁਰੇ ਫਿਰਦੇ, ਉਹਦਾ ਮਸਾਲਿਆਂ ਤੇ ਜ਼ੋਰ ਹੈ, ਤੇ ਗਰੀਬ ਦਾ ਪ੍ਰੇਮ ਤੇ ਜ਼ੋਰ ਹੈ ਵੀ ਇਹ ਵਸਤੂ ਜਿਹੜੀ ਮੈਂ ਬਣਾਉਣਾ ਤਨ ਮਨ ਕਰਕੇ ਬਣਾਵਾਂ, ਇਹ ਚ ਕਮੀ ਨਾ ਰਹਿ ਜੇ, ਕੋਈ ਭਗਤੀ ਨਾ। ਤੇ ਭਾਈ ਲਾਲੋ ਜੀ ਕੋਲ ਖੜੇ ਆ, ਮਰਦ ਬਾਰ-ਬਾਰ ਪੁੱਛਦੇ ਆ ਭਾਈ ਮਰਦਾਨੇ ਨੂੰ, ਕਹਿੰਦੇ ਮਰਦਾਨਿਆ ਬੋਲਦੇ ਸਹੀ, ਖਬਰਸਾਰ ਤੇ ਦੇ ਭਾਈ, ਤੈਨੂੰ ਰੋਟੀ ਕਿਵੇਂ ਦੀ ਲੱਗੀ ਐ? ਮੁਸਕ ਮਨਾਕ ਭਨੇ ਬਚੇ ਸੇ, ਕੈਸੇ ਕਰੂੰ ਬਖਾਨਾ। ਉਸ ਵੇਲੇ ਭਾਈ ਮਰਦਾਨਾ ਜੀ ਮੁਸਕਰਾਏ, ਬੋਲੇ ਨਹੀਂ। ਜਦੋਂ ਕੋਈ ਚੀਜ਼ ਬਹੁਤੀ ਸਵਾਦ ਲੱਗੇ, ਇਨਸਾਨ ਇਸ਼ਾਰੇ ਕਰਦਾ ਹੈ, ਛੇਤੀ ਬੋਲਦਾ ਨਹੀਂ। ਬਾਣੀ ਨੇ ਲਿਖਿਆ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਜਿਵੇਂ ਗੂੰਗੇ ਨੇ ਗੁੜ ਖਾਦਾ, ਉਹਨੂੰ ਪੁੱਛੋ ਵੀ ਮਿੱਠਾ ਕਿਵੇਂ ਦਾ ਹੈ, ਉਹ ਆ ਜਾ ਕਰਕੇ ਦਿਖਾਉਂਦਾ ਇਸ਼ਾਰੇ ਕਰਕੇ ਵੀ ਭਾਈ ਸਿਰਾ ਹੀ ਹੈ, ਨਜ਼ਾਰਾ ਹੀ ਆ, ਬਹੁਤ ਸਵਾਦ ਹੈ, ਪਰ ਬੋਲਦਾ ਤੇ ਨਹੀਂ। ਭਾਈ ਮਰਦਾਨਾ ਜੀ ਨਾਲੇ ਚਬਾ ਰਹੇ ਆ, ਸਤਿਗੁਰਾਂ ਵੱਲ ਵੇਖ ਰਹੇ ਆ, ਅੰਦਰੋਂ ਅੰਦਰ ਹੱਸ ਰਹੇ ਆ, ਮੁਸਕਰਾ ਰਹੇ ਆ। ਮਤਲਬ ਗੱਲ ਕਹਿਣ ਤੋਂ ਬਾਅਦ ਆ, ਬਹੁਤਾ ਰਸ ਆਇਆ, ਸਵਾਦ ਆਇਆ, ਜੀ ਕਰਦਾ ਹੋਰ ਚੱਖਾਂ। ਫਿਰ ਆਖਰਕਾਰ ਜਦੋਂ ਸਤਿਗੁਰਾਂ ਨੇ ਪੁੱਛਿਆ, ਜਵਾਬ ਤੇ ਦੇਣਾ ਪੈਣਾ ਸੀ। ਕਹਿੰਦੇ ਮਹਾਰਾਜ ਕੀ ਪੁੱਛਦੇ ਹੋ? ਮੈਂ ਕਹਿੰਦਾ ਜੇ ਨਾ ਪੁੱਛੋ ਇਹ ਚੰਗਾ। ਗੱਲ ਦਾ ਮਤਲਬ ਕੋਈ ਹੋਰ ਹੁੰਦਾ ਤੇ ਅਸੀਂ ਕਈ ਵਾਰ ਕਹਿ ਦਿੰਦੇ ਹਾਂ, ਜੇ ਨਾ ਪੁੱਛੇ ਤੇ ਚੰਗਾ। ਭਾਵ ਇਹ ਗੱਲ ਦੱਸਣ ਦੇ ਲਾਇਕ ਨਹੀਂ, ਜਿੱਥੋਂ ਤੱਕ ਮੈਂ ਸੋਚ ਸਕਿਆ, ਜਾਣ ਸਕਿਆ, ਉਹ ਅੱਗੇ ਦੀਆਂ ਗੱਲਾਂ, ਮਤਲਬ ਵੱਡੀਆਂ ਗੱਲਾਂ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਰਸ ਕਿਉਂ ਪੁੱਛ ਰਹੇ ਹੋ? ਮੈਂ ਇਹਨੂੰ ਕਿਵੇਂ ਬਿਆਨ ਕਰਾਂ, ਮੈਥੋਂ ਬਿਆਨ ਕੀਤਾ ਜਾਂਦਾ ਨਹੀਂ। ਸੁਣਿਓ ਸੁਦਾ ਪਛ ਜੰਤ ਨ ਕਬਹੂ,
ਸਾਧ ਬਣਿਓ ਹੈ ਸੋ। ਕਹਿੰਦਾ ਮਰ ਜਾ ਇੰਨਾ ਸਵਾਦ, ਇੰਨਾ ਸਵਾਦ, ਇੰਨਾ ਸਵਾਦ। ਮੈਂ ਸੁਣਿਆ ਸੀ ਵੀ ਦੁਨੀਆ 'ਚ ਸਭ ਤੋਂ ਵੱਧ ਰਸਮਈ ਤੇ ਸਵਾਦ ਅੰਮ੍ਰਿਤ ਹੈ। ਅੱਜ ਪਤਾ ਲੱਗਿਆ ਵੀ ਅੰਮ੍ਰਿਤ ਦਾ ਸਵਾਦ ਕੀ ਹੁੰਦਾ। ਆਖੋ ਸਤਿਨਾਮ। ਬੇਸ਼ੱਕ ਭਾਈ ਲਾਲੋ ਜੀ ਦਾ ਸਾਗ ਵੀ ਅਲੂਣਾ ਏ, ਗਰੀਬ ਹੈ, ਨਮਕ ਵੀ ਨਹੀਂ ਸੀ ਪਾਇਆ। ਸੋਚੋ ਕਿਹੋ ਜਿਹੀ ਹਾਲਤ ਹੋਈ। ਇੰਨੀ ਗਰੀਬੀ ਵਿੱਚ ਰੱਬ ਘਰੇ ਚੱਲ ਕੇ ਆਇਆ, ਪਰ ਭਾਈ ਮਰਦਾਨਾ ਜੀ ਕਹਿੰਦੇ ਮਰ ਜਾ ਇਹੋ ਜਿਹਾ ਸਵਾਦ ਨਾ ਕਿਤੇ ਆਇਆ, ਨਾ ਕਿਤੇ ਵੇਖਿਆ, ਤੇ ਮੈਨੂੰ ਲੱਗਦਾ ਨਾ ਹੀ ਕਿਤੇ ਪ੍ਰਾਪਤ ਹੋਣਾ। ਆਖੋ ਸਤਿਨਾਮ। ਸਾਹਮਣੇ ਜੇ ਭਾਈ ਮਰਦਾਨਾ ਜੀ ਬੋਲੇ, ਜਿਹੜੇ ਰੋਟੀ ਨੂੰ ਵੇਖ ਕੇ ਸੋਚਦੇ ਸੀ ਵੀ ਇਹ ਹੁਣ ਕਿਵੇਂ ਖਾਣੀ ਹੈ, ਇਹ ਜਾਣੀ ਵੀ ਨਹੀਂ ਹੈ, ਆਪਾਂ ਖਾਧੀ ਨਹੀਂ। ਕਿਉਂਕਿ ਭਾਈ ਮਰਦਾਨਾ ਜੀ ਛਕਦੇ ਸੀ ਚੁੱਲ੍ਹੇ, ਗਰਮਾ ਗਰਮ ਮੁਰਗਾ ਲਿਆਓ, 15 ਪ੍ਰਸ਼ਾਦੇ ਛਕ ਜਾਣੇ, ਭੁੱਖ ਬਹੁਤ ਲੱਗਦੀ ਸੀ। ਪਰ ਇੱਥੇ ਇੱਕ ਦੋ ਪ੍ਰਸ਼ਾਦੇ ਸਾਹਮਣੇ ਪਏ ਆ ਕੋਧਰੇ ਦੇ। ਹੁਣ ਭਾਈ ਮਰਦਾਨਾ ਜੀ ਛਕਦੇ ਆ ਤੇ ਛਕ ਕੇ ਬਿਆਨ ਕਰਦੇ, ਕਹਿੰਦੇ ਗੁਰੂ ਪਾਤਸ਼ਾਹ ਜੀ ਗੱਲਾਂ ਬਿਆਨ ਕਰਨ ਤੋਂ ਬਾਹਰ ਨੇ। ਅੰਤਰਜਾਮੀ ਜਾਨੋ ਤੁਮ ਸਭ, ਵਰਤੈ ਔਰ ਮੈਂ ਜੋ। ਐ ਸਤਿਗੁਰੂ ਜੀ ਤੁਸੀਂ ਆਪ ਦਿਲਾਂ ਵਿੱਚ ਵਸਦੇ ਹੋ, ਤੁਹਾਨੂੰ ਕਿਹੜਾ ਪਤਾ ਨਹੀਂ ਮੇਰੇ ਅੰਦਰ ਕੀ ਚੱਲ ਰਿਹਾ। ਖੁਸ਼ ਤੇ ਸੱਚੀ ਜਿਹਨੇ ਬਣਾਇਆ ਹੁੰਦਾ, ਕੋਈ ਉਹਨੂੰ ਪਿਆਰ ਨਾਲ ਕਹਿ ਦੇਣਾ ਕਿ ਖਾਣਾ ਬੜਾ ਸਵਾਦ ਹੈ, ਉਹਦੀ ਭਾਵਨਾ ਹੋਰ ਪਵਿੱਤਰ ਹੋ ਜਾਂਦੀ ਹੈ, ਹੋਰ ਗਹਿਰੀ ਹੋ ਜਾਂਦੀ ਹੈ। ਕਿ ਕਿਸੇ ਨੇ ਬਣਾਈ ਹੋਵੇ ਸਬਜ਼ੀ 2 ਘੰਟੇ ਲਾ ਕੇ, ਤੇ ਮੇਰੇ ਵਰਗਾ ਬਣਾ ਕੇ ਉਹ ਕਹਿੰਦਾ ਨਾ ਅੰਬ ਦਾ ਚਾਰ ਹੈ ਕਿ ਮਰ ਜਾਣਿਆ ਜੇ ਅੰਬ ਦੇ ਚਾਰ ਨਾਲ ਹੀ ਖਾਣਾ ਸੀ ਪਹਿਲਾਂ ਦੱਸ ਦਿੰਦਾ। ਕਿਉਂ ਕੜਛੀਆਂ ਘਸਾਉਂਦੇ ਮਰ ਕੇ ਸਾਰਾ ਟੱਬਰ, ਪਹਿਲਾਂ ਹੀ ਦੱਸ ਦਿੰਦਾ ਵੀ ਕੰਮ ਸੌਖਾ ਹੀ ਸੀ ਅੰਬ ਦੇ ਚਾਰ ਵਾਲਾ। ਪਰ ਪਿਆਰਿਓ ਜਦ ਕਿਸੇ ਦੀ ਤਾਰੀਫ ਕੀਤੀ ਜਾਏ ਨਾ, ਹੋਵੇ ਸੱਚੀ, ਬੜਾ ਆਨੰਦ ਆਉਂਦਾ, ਬੜਾ ਰਸ ਮਿਲਦਾ ਹੈ। ਭਾਈ ਮਰਦਾਨਾ ਜੀ ਆਖਣ ਲੱਗੇ ਸਤਿਗੁਰੂ ਜੀ ਤੁਸੀਂ ਸਭ ਕੁਝ ਜਾਣਦੇ ਹੋ, ਮੇਰੀ ਜ਼ੁਬਾਨ ਇਸ ਭੋਜਨ ਦਾ ਰਸ ਆਨੰਦ ਬਿਆਨ ਕਰ ਨਹੀਂ ਸਕਦੀ। ਲਾਲੋ ਬਿਨੈ ਸੁਨਾਈ ਸੁਣ ਕੇ, ਵੱਡਿਆਂ ਨ ਕੀ ਵਡਿਆਈ। ਭਾਈ ਲਾਲੋ ਦੀਆਂ ਅੱਖਾਂ ਭਰ ਆਈਆਂ, ਹੰਝੂ ਆ ਕੇ ਕਹਿੰਦੇ ਮਹਾਰਾਜ ਮੈਨੂੰ ਨਹੀਂ ਪਤਾ ਸਵਾਦ ਹੈ ਜਾਂ ਨਹੀਂ ਹੈ, ਪਰ ਤੁਸੀਂ ਮੇਰੇ ਭੋਜਨ ਨੂੰ ਸਵਾਦ ਕਹਿ ਕੇ ਵਡਿਆਈ ਰੱਖ ਲਈ, ਗਰੀਬ ਦਾ ਮਾਣ ਰੱਖ ਲਿਆ, ਇਹੀ ਤੁਹਾਡਾ ਵਡੱਪਣ ਹੈ। ਆਖੋ ਸਤਿਨਾਮ। ਪਰ ਇੱਥੇ ਤੇ ਆਨੰਦ ਸੱਚਮੁੱਚ ਹੈ। ਵਾਕਿਆ ਕਿਸੇ ਨੇ ਮਿਹਨਤ ਕੀਤੀ ਹੋਵੇ, ਚੀਜ਼ ਸਵਾਦ ਵੀ ਨਾ ਹੋਵੇ, ਉਹਦੇ ਚੁੱਪ ਹੋ ਜਾਓ। ਇਹ ਨਾ ਕਹੋ ਵੀ ਸਵਾਦ ਨਹੀਂ ਬਣੀ, ਕਿਉਂਕਿ ਅਗਲੇ ਦੀਆਂ ਉਸ ਵਸਤੂ ਨਾਲ ਭਾਵਨਾਵਾਂ ਵੀ ਨੇ। ਤੇ ਉਹ ਭਾਈ ਲਾਲੋ ਕਹਿੰਦਾ ਮਰਦ ਮੈਨੂੰ ਪਤਾ ਸਵਾਦ ਕੀ ਹੋਣਾ ਇਹਨੇ, ਭਾਵੇਂ ਉਹ ਆਨੰਦਮਈ ਰਸ ਹੈ ਜੋ ਬਿਆਨ ਨਹੀਂ ਕੀਤਾ ਜਾ ਰਿਹਾ। ਕਹਿੰਦੇ ਸਤਿਗੁਰੂ ਤੁਹਾਡਾ ਵੱਡਾਪਣ, ਤੁਹਾਡੀ ਵਡਿਆਈ ਹੈ, ਤੁਸੀਂ ਗਰੀਬਾਂ ਨੂੰ ਨਵਾਜ਼ਦੇ ਹੋ। ਭਾਉ ਪੁਰਖ ਮੈਂ ਦੇਖਤ ਹਿਤ ਕਰ, ਅਸਨ ਵਿਚਾਰ ਨ ਕਾਏ। ਪਾਤਸ਼ਾਹ ਤੁਸੀਂ ਤੇ ਆਪਣੇ ਪਿਆਰੇ ਦਾ ਪਿਆਰ ਵੇਖਦੇ ਹੋ, ਭੋਜਨ ਨਹੀਂ ਵੇਖਦੇ। ਇਹ ਵੀ ਸੱਚ ਹੈ। ਸੱਜਣ ਦੇ ਹੱਥ ਦਾ ਤੇ ਜ਼ਹਿਰ ਵੀ ਅੰਮ੍ਰਿਤ ਹੁੰਦਾ ਹੈ, ਪਰ ਬਣਾਉਣ ਵਾਲੇ ਦਾ ਪਿਆਰ ਹੋਵੇ। ਭਾਈ ਲਾਲੋ ਦੀ ਭਾਵਨਾ ਦਾ ਰਸ ਗੁਰੂ ਸਾਹਿਬ ਨੂੰ ਆ ਰਿਹਾ ਇਸ ਭੋਜਨ ਦੇ ਵਿੱਚ। ਅੱਗੇ ਮਲਕ ਭਾਗੋ ਦਾ ਜ਼ਿਕਰ ਆ ਜਾਣਾ, ਤੁਸੀਂ ਸੁਣ ਹੀ ਲੈਣਾ। ਅਮੀਰਾਂ ਦੇ, ਵੱਡਿਆਂ ਦੇ, ਪੈਸੇ ਵਾਲਿਆਂ ਦੇ ਪਕਵਾਨ ਫੀਕੇ ਕਿਉਂ ਹੁੰਦੇ ਨੇ? ਕਿਉਂਕਿ ਉਹ ਭਾਵਨਾ ਵਾਲੇ ਨਹੀਂ, ਪ੍ਰੇਮ ਨਹੀਂ ਹੁੰਦਾ, ਦਿਖਾਵਾ। ਤੁਸੀਂ ਕਿਸੇ ਦੇ ਘਰ ਚਲੇ ਜਾਓ, ਲੋਕੀ ਤੁਹਾਡੇ ਤੇ ਕਸਰਾਂ ਕੱਢਦੇ ਆ ਪੂਰੀਆਂ, 5-5 ਕੌਲੀਆਂ ਤੁਹਾਡੇ ਥਾਲ ਚ ਲਾਉਂਦੇ ਆ। ਇਹ ਹੁਣ ਤੱਕ ਵੇਖਦੇ ਰਹੇ ਆ, 12-13 ਸਾਲਾਂ ਚ ਕੌਲੀਆਂ ਹੀ ਚੈੱਕ ਕੀਤੀਆਂ। ਆਖੋ ਸਤਿਨਾਮ। ਕਿਹਨੇ ਕਿੰਨੀਆਂ ਲਾਈਆਂ, ਕਿਹਨੇ ਕੀ ਖਵਾਇਆ, ਉਹ ਕਿਹੜੀ ਸਬਜ਼ੀ ਆ ਜਿਹੜੀ ਨਹੀਂ ਖਾਧੀ, ਕਿਹੜਾ ਫਰੂਟ ਆ ਨਹੀਂ ਖਾਧਾ। ਇੱਕ ਤੋਂ ਇੱਕ ਘਰ ਗਏ, ਪਰ ਭਾਵਨਾ ਵਾਲੇ ਬੜੇ ਥੋੜੇ ਮਿਲੇ। ਸਭ ਨਾਲ ਹੁੰਦਾ ਹੈ। ਕਹਿੰਦੇ ਜਿਹੜਾ ਬਹੁਤੀਆਂ ਕੌਲੀਆਂ ਜੋੜਦਾ ਨਾ, ਉਹਦਾ ਜ਼ੋਰ ਇਸ ਚੀਜ਼ ਤੇ ਲੱਗਿਆ ਹੁੰਦਾ ਵੀ ਭਾਈ ਸਾਹਿਬ ਆਖੇ ਵੀ ਨਜ਼ਾਰਾ ਆ ਗਿਆ। ਪਨੀਰ ਭੁਰਜੀ ਬੜੀ ਸਵਾਦ ਸੀ, ਭਿੰਡੀ ਬੜੀ ਸਵਾਦ ਸੀ, ਕਰੇਲਾ ਤੇ ਸਿਰੇ ਹੀ ਸੀ। ਇਹ ਸੁਣਨਾ ਉਹਨੇ, ਪਰ ਗਰੀਬ ਆ ਨਾ, ਉਹ ਕਹਿੰਦਾ ਹੈ ਤੇ ਆਪਣੇ ਕੋਲ ਕੁਛ ਨਹੀਂ। ਉਹਦੀ ਭਾਵਨਾ, ਉਹਦਾ ਪ੍ਰੇਮ ਵੇਖ ਕੇ ਛਕਣ ਵਾਲੇ ਦੀ ਅੱਖ ਭਰ ਆਉਂਦੀ ਵੀ ਇੰਨੇ ਪਿਆਰ ਨਾਲ ਤੇ ਕਦੇ ਮਾਂ ਨਹੀਂ ਖਵਾਉਂਦੀ। ਆਖੋ ਸਤਿਨਾਮ। ਉਹ ਵੀ ਝੜਕਾਂ ਮਾਰਦੀ ਹੈ, ਖਾਣਾ ਖਾ ਨਹੀਂ ਚੱਲ ਬਾਹਰ, ਝੜਕ ਦਿੰਦੀ ਹੈ। ਗਰੀਬ ਦਾ ਜਿਹੜਾ ਪਿਆਰ ਹੈ ਨਾ, ਉਹ ਬੜਾ ਗਹਿਰਾ, ਉਹਦੀ ਭਾਵਨਾ ਹੈ। ਸੰਤਨ ਕਾ ਦਾਨਾ ਰੁੱਖਾ। ਮਰਦ ਕਹਿੰਦੇ ਸੰਤ ਜਨਾਂ ਦਾ ਜਿਹੜਾ ਦਾਣਾ ਭੋਜਨ ਰੁੱਖਾ ਵੀ ਹੈ, ਉਹ ਬੜਾ ਪਿਆਰ ਵਾਲਾ ਹੈ। ਸਾਖਤਾਂ ਲਈ ਉਹਨਾਂ ਲਈ ਜ਼ਹਿਰ ਵਰਗਾ ਹੈ।
ਭਾਈ ਲਾਲੋ ਕਹਿੰਦੇ ਮਹਾਰਾਜ ਤੁਸੀਂ ਤੇ ਮਾਣ ਰੱਖਿਆ, ਵਡਿਆਈ ਰੱਖੀ, ਹੈ ਕੀ ਉਹਨੇ ਖਵਾਇਆ ਕੀ? ਕੁਛ ਵੀ ਨਹੀਂ ਹੈ। ਪਰ ਜਿਹੜੀ ਉਹਨੇ ਇੱਕ ਇੱਕ ਭਾਵਨਾ ਨਾਲ ਬਣਾਇਆ ਨਾ, ਪ੍ਰੇਮ ਦੀ ਪ੍ਰੀਤ ਪਾ ਕੇ, ਰਸ ਹੀ ਰਸ, ਭਾਵਨਾ ਦਾ ਰਸ ਹੈ। ਤੁਸੀਂ ਆਟਾ ਗੁੰਨਦੇ ਹੋ, ਕਿਉਂ ਕਿਹਾ ਜਾਂਦਾ ਵੀ ਜਪਜੀ ਸਾਹਿਬ ਦਾ ਜਾਪ ਕਰੋ ਆਟਾ ਗੁੰਨਣ ਲਈ? ਭੈਣਾਂ ਨੂੰ ਕਿਉਂ ਕਹਿੰਦੇ? ਤੇ ਅੱਜ ਕੱਲ੍ਹ ਤੇ ਭੈਣਾਂ ਦੇ ਕੰਨਾਂ 'ਚ ਹੈੱਡਫੋਨ ਲੱਗੇ ਗਾਣੇ ਚੱਲਦੇ ਹੁੰਦੇ ਤੇ ਉਹ ਰੋਟੀ ਗੁੰਨਦੇ, ਫਿਰ ਪੁੱਤ ਨੇ ਵੀ ਤੇ ਕਹਿਣਾ ਹੈ ਉੱਚੀਆਂ ਨੇ ਗੱਲਾਂ ਫਿਰ ਯਾਰ ਤੂੰ, ਉਹ ਇਹੀ ਕਹੂਗਾ। ਜਦੋਂ ਬਣਾਉਣ ਵਾਲੀ ਨੇ ਸੁਣਿਆ ਤੇ ਪਕਾਇਆ, ਤੇ ਫਿਰ ਖਾਣ ਵਾਲਾ ਵੀ ਵੈਬ ਸੀਰੀਜ਼ ਵੇਖਦਾ, ਉਹ ਵੀ ਸੀਰੀਅਲ ਵੇਖਦਾ ਫਿਰਦਾ। ਤੇ ਜੇ ਮਾਂ ਨੇ ਸਿਮਰਨ ਕੀਤਾ ਹੁੰਦਾ ਨਾ ਮੂਲ ਮੰਤਰ ਆਟਾ ਗੁੰਨਦੇ ਹੋਏ, ਤੇ ਸੱਚੀ ਇੱਕ ਦਿਨ ਐਸਾ ਕਰਮ ਹੋਣਾ ਸੀ, ਬੱਚੇ ਨੇ ਰੋਟੀ ਖਾਣੀ ਸੀ, ਉਹਨੇ ਕਹਿਣਾ ਸੀ ਮਾਂ ਮੇਰਾ ਅੱਜ ਜੀ ਕਰਦਾ ਮੈਂ ਗੁਰਦੁਆਰੇ ਮੱਥਾ ਨਾ ਟੇਕਿਆ ਹਾਂ, ਅੱਗੇ ਨਾ ਪਿੱਛੇ। ਕਦੋਂ? ਅੰਨ ਦਾ ਅਸਰ, ਵਿਚਾਰਾਂ ਦਾ ਅਸਰ ਹੈ। ਗੁਰੂ ਘਰ ਦੇ ਵਿੱਚ ਦਾਲ ਸਬਜ਼ੀ ਸਵਾਦ ਕਿਉਂ ਲੱਗਦੀ ਹੈ? ਆਪਾਂ ਕਿਸੇ ਗੁਰਦੁਆਰੇ ਜਾਂਦੇ ਹਾਂ, ਅੰਮ੍ਰਿਤਸਰ ਸਾਹਿਬ ਦੀ ਗੱਲ ਕਰ, ਹਰ ਬੰਦਾ ਕਹਿੰਦਾ ਹੈ ਵੀ ਯਾਰ ਗੁਰੂ ਰਾਮਦਾਸ ਦੇ ਘਰ ਦਾ ਲੰਗਰ ਬੜਾ ਸਵਾਦ ਸੀ, ਕੀ ਪਾਇਆ ਵੀ? ਬਹੁਤੇ ਮਸਾਲੇ ਨਹੀਂ ਪਾਏ ਜਾਂਦੇ, ਬਹੁਤਾ ਕੁਝ ਨਹੀਂ। ਬਣਾਉਣ ਵਾਲੇ ਪ੍ਰੇਮ ਨਾਲ ਬਣਾਉਂਦੇ ਆ, ਸੰਗਤਾਂ ਰੋਟੀ ਬਣਾਉਂਦੀਆਂ, ਸਿਮਰਨ ਕਰਦੀਆਂ ਨੇ, ਬਾਣੀ ਪੜ੍ਹੀ ਜਾ ਰਹੀ ਹੈ, ਭੋਗ ਲਾਏ ਜਾਂਦੇ ਆ, ਤਾਂ ਰਸ ਆਉਂਦਾ ਹੈ। ਤੇ ਅਸੀਂ ਜੋ ਸੁਣਿਆ, ਜੋ ਬੋਲਿਆ, ਤਕਰੀਬਨ ਰੋਟੀ ਬਣਾਉਂਦੇ ਹੋਏ ਭੈਣਾਂ ਕਿਚਨ 'ਚ ਕੰਨ ਤੇ ਜਾਂ ਫੋਨ ਰਹੂ ਕਿਸੇ ਨਾਲ, ਤੇ ਜਾਂ ਘਰ ਵਾਲੇ ਨਾਲ ਲੜਾਈ ਹੋਊਗੀ, ਫਿਰ ਉਹ ਸਾਰੀ ਲੜਾਈ ਰੋਟੀ ਜਾ ਜਾਂਦੀ ਹੈ। ਖਾਣ ਵਾਲਾ ਵੀ ਪਲੇਟ ਚੱਕ ਕੇ ਮਾਰਦਾ, ਕਹਿੰਦਾ ਮੈਂ ਨਹੀਂ ਖਾਣੀ, ਕੁਝ ਵੀ ਸਵਾਦ ਨਹੀਂ ਆ। ਸਭ ਨਾਮ ਕਿਉਂ ਹੋਇਆ? ਅਸਰ ਪੈ ਗਿਆ। ਹੁਣ ਜਦੋਂ ਕੋਈ ਪਿਆਰ ਵਾਲਾ ਭੋਜਨ ਬਣਾਉਂਦਾ ਹੈ, ਉਹ ਭੋਜਨ ਰਸ ਹੈ, ਅੰਮ੍ਰਿਤ ਹੈ। ਜੇ ਭਾਵਨਾ ਤੋਂ ਬਗੈਰ ਬਣਾਇਆ, 36 ਪ੍ਰਕਾਰ ਦੇ ਭੋਜਨਾਂ ਦੀਆਂ ਥਾਲਾਂ ਰੱਖ ਦਿਓ, ਇੱਕ ਵੀ ਸਵਾਦ ਨਹੀਂ ਹੋਣਾ, ਸਾਰੇ ਫੀਕੇ ਹੁੰਦੇ ਨੇ। ਤੋਹਰਾ ਭਾਜੀ ਲੀਨੀ ਬਿਦਰ ਕੀ ਦਰਜੋਦਨ ਤਜਰਾਜ। ਤੇ ਫੇਰ ਬੜੇ ਪਿਆਰ 'ਚ ਭਾਈ ਲਾਲੋ ਨੇਤਰ ਭਰ ਕੇ ਆਖਦੇ, ਕਹਿੰਦੇ ਮਰਦ ਤੇਰੀਆਂ ਤੇ ਤੇਰੇ ਪਿਆਰੀਆਂ ਦੀਆਂ ਵਡਿਆਈਆਂ ਨੇ। ਤੁਸੀਂ ਬਿਦਰ ਦੇ ਘਰ ਦਾ ਅਲੂਣਾ ਸਾਗ ਖਾਦਾ, ਦਰਜੋਦਨ ਦੇ ਘਰ ਮਹਿਲਾ ਰਾਜ ਭਾਗ ਦੇ ਭੋਜਨ ਛੱਡਦੇ, ਕ੍ਰਿਸ਼ਨ ਨਹੀਂ ਖਾਦੇ। ਪ੍ਰੇਮ ਦਾ ਭੁੱਖਾ ਸੀ, ਇਸੇ ਕਰਕੇ ਬਾਣੀ ਨੂੰ ਲਿਖਣਾ ਪਿਆ, ਗੋਬਿੰਦ ਭਾਉ ਭਗਤ ਕਾ ਭੁੱਖਾ। ਤੂੰ ਪ੍ਰੇਮਾ ਭਗਤੀ ਦਾ ਭੁੱਖਾ ਏ, ਤੂੰ ਭਾਵਨਾਵਾਂ ਦਾ ਭੁੱਖਾ ਏ। ਬਣਾਉਣ ਵਾਲੇ ਦੀ ਭਾਵਨਾ ਵੱਡੀ ਆ, ਰੋਟੀ ਵੱਡੀ ਨਹੀਂ ਤੇ ਢਾਬੇ ਤੇ ਵੀ ਮਿਲ ਜੂਗੀ, ਹੋਟਲ ਤੇ ਵੀ ਮਿਲ ਜੂਗੀ, ਰੈਸਟੋਰੈਂਟ ਤੇ ਵੀ ਮਿਲ ਜੂਗੀ। ਪਰ ਜਿਹਨੇ ਬਣਾਈ ਹੈ ਨਾ, ਜੇ ਉਹਨੇ ਅਚਾਰ ਨਾਲ ਵੀ ਤੁਹਾਨੂੰ ਰੋਟੀ ਦੇਤੀ ਨਾ, ਪਰ ਦਿੱਤੀ ਭਾਵਨਾ ਨਾਲ ਰੋਟੀ, ਤੇ ਉਹ ਰੋਟੀ ਦਾ ਰਸ, ਉਹਦਾ ਆਨੰਦ ਬਿਆਨ ਨਹੀਂ ਕੀਤਾ ਜਾ ਸਕਦਾ। ਕਿਸੇ ਨੇ ਦਿਖਾਵੇ ਵਾਸਤੇ ਦਿਖਾਇਆ ਹੈ ਵੀ ਸਾਨੂੰ ਫਲਾਣਾ ਕੁਝ ਬਣਾਉਣਾ ਹੁੰਦਾ, ਅਸੀਂ ਏਦਾਂ ਹੀ ਆਓ ਭਗਤ ਕਰਦੇ ਆ, ਇੰਨਾ ਕੁਝ ਖਵਾਈਦਾ ਹੁੰਦਾ ਏ। ਸੱਚੀ ਉਹ ਸਾਰੀਆਂ ਚੀਜ਼ਾਂ 'ਚ ਕਿਸੇ ਦਾ ਵੀ ਰਸ ਨਹੀਂ ਆਇਆ ਹੁੰਦਾ। ਬੰਦਾ ਕਹਿੰਦਾ ਭੁੱਖ ਜੀ ਬੜੀ, ਖੱਲ ਬੜੀ, ਬਾਤ ਅੱਜ ਵੀ ਹੋਈ। ਅੱਜ ਭਾਈ ਲਾਲੋ ਆਖਣ ਲੱਗੇ, ਪਾਤਸ਼ਾਹ ਦਰਜੋਦਨ ਦੇ ਮਹਿਲਾਂ ਦਾ ਭੋਜਨ ਛੱਡ ਕੇ, ਸ਼ਾਹੀ ਬਿਦਰ ਦੀ ਝੁੱਗੀ ਵਿੱਚ ਆ ਕੇ ਭੋਜਨ ਛੱਡਿਆ। ਉਹਦੀ ਗਰੀਬੀ ਨਹੀਂ ਵੇਖੀ, ਉਹਦੀ ਜਾਤ ਨਹੀਂ ਵੇਖੀ, ਉਹਦਾ ਪ੍ਰੇਮ ਵੇਖਿਆ ਏ। ਨਿਜਵਰ ਕੇ ਤੰਦੁਰ ਲਏ ਬਿਰਦ ਗਰੀਬ ਨਿਵਾਜ। ਤੇ ਤੂੰ ਤੇ ਉਹ ਹੈ ਕ੍ਰਿਸ਼ਨ ਦੇ ਰੂਪ ਦੇ ਵਿੱਚ ਸੁਦਾਮੇ ਦੇ ਚੌਲ ਖਾਂਦਾ ਰਿਹਾ। ਕਹਿੰਦਾ ਸੀ ਓਏ ਸੁਦਾਮਿਆ ਬੇਈਮਾਨਾ, ਪਾਠਸ਼ਾਲਾ ਵਿੱਚ ਵੀ ਇਦਾਂ ਹੀ ਕਰਦਾ ਰਿਹਾ, ਲੁਕ ਛੋਲੇ ਖਾਂਦਾ ਸੀ, ਤੇ ਅੱਜ ਬਾਰਿਸ਼ਾਂ ਵਿੱਚ ਵੀ ਚੌਲ ਲੁਕੋ ਖਾਂਦਾ। ਉਹਦੇ ਘਰ ਦੇ ਚੌਲ ਖਾਂਦੇ, ਚਾਵਲ ਖਾਂਦੇ, ਇਹ ਕੀ ਪ੍ਰੇਮ ਸੀ। ਕ੍ਰਿਸ਼ਨ ਜੀ ਰਾਜੇ ਉਹਨਾਂ ਸਮਿਆਂ ਦੇ ਰਾਜੇ ਨੂੰ ਕੀ ਕਮੀ ਹੈ, ਇਹੋ ਜਿਹੇ ਬੰਦੇ ਨੂੰ ਤੇ ਵੜਨ ਨਾ ਦਵੇ। ਪਰ ਉਹਨੇ ਪ੍ਰੇਮ ਵੇਖਿਆ, ਮਿੱਤਰਤਾ ਦਾ ਪ੍ਰੇਮ, ਸੁਦਾਮੇ ਦੀ ਗਰੀਬੀ ਨਹੀਂ ਵੇਖੀ। ਜਿੱਦਣ ਸੁਦਾਮਾ ਦੀ ਚੱਲ ਕੇ ਮਹਿਲਾਂ ਵਿੱਚ ਆਏ ਨਾ, ਉਦੋਂ ਵੀ ਕਿਹਾ ਸੀ ਭਰਜਾਈ ਕੋਲ ਚੌਲ ਕਿਉਂ ਨਹੀਂ ਲੱਗੇ। ਤੇ ਕ੍ਰਿਸ਼ਨ ਨੇ ਫਿਰ ਆਪਣੇ ਰਾਜ ਸਿੰਘਾਸਣ ਤੇ ਸੁਦਾਮੇ ਨੂੰ ਬਿਠਾਇਆ, ਉਹਦੇ ਪੈਰ ਧੋਂਦੇ ਸੀ, ਪੈਰ ਤੇ ਪ੍ਰੇਮ ਆਉਂਦੇ ਪਿਆਰਿਆਂ ਦਾ। ਤੇ ਭਾਈ ਲਾਲੋ ਉਹ ਜ਼ਿਕਰ ਕਰਦੇ, ਕਹਿੰਦੇ ਰੱਬਾ ਇਹ ਤੇਰਾ ਫਰਜ਼ ਹੈ, ਤੂੰ ਆਪਣੇ ਪਿਆਰਿਆਂ ਦੀ ਪੈਜ਼ ਰੱਖਦਾ ਏ। ਜਾਤ ਭੀਲਣੇ ਨੀਚ ਕੇ ਝੂਠੇ ਲੀਨੇ ਬੇਰ। ਫੇਰ ਤੁਸੀਂ ਦੁਆਪਰ ਤੋਂ ਬਾਅਦ ਤ੍ਰੇਤੇ ਦੇ ਵਿੱਚ ਆ ਕੇ ਭੀਲਣੀ ਦੇ ਝੂਠੇ ਪੇਰ ਖਾਦੇ। ਭੀਲਣੀ ਕੌਣ ਸੀ? ਇੱਕ ਔਰਤ ਜਿਹਨੂੰ ਨੀਚ ਜਾਤ ਕਹਿੰਦੇ ਸੀ, ਬੜਾ ਪ੍ਰੇਮ ਕਰਦੀ ਸੀ ਰਾਮਚੰਦਰ। ਵੀ ਰੱਬਾ ਕਦੇ ਮਿਲਦੇ ਸਹੀ ਆ। ਰਾਮ ਜੀ ਚਲੇ ਗਏ, ਉਹਨੇ ਵੇਰ ਤੋੜ ਕੇ ਰੱਖੇ ਸੀ ਵੀ ਖਰਾਬ ਨਾ ਹੋ ਜਾਣ। ਜਦੋਂ ਨਾ ਵੇਰ ਖਵਾਵੇ, ਉਹਨੂੰ ਲੱਗੇ ਵੀ ਜੇ ਕਿਤੇ ਵੇਰ ਭਗਵਾਨ ਨੂੰ ਖੱਟਾ ਲੱਗ ਗਿਆ ਨਾ ਔਖਾ ਹੋ ਜਾਂਦਾ। ਉਹਨੇ ਚੋਰੀ ਜਾ ਕੇ ਨਾ ਦੰਦ ਜਾ ਮਾਰ ਕੇ ਵੇਖਣਾ ਕੀ ਬੈਠਾ, ਜਿਵੇਂ ਕਾਟੋ ਦੀ ਪੁੱਠਾ ਕਰਦੀ ਹੁੰਦੀ, ਜਵਾਕ ਕਰ ਦਿੰਦੇ।
ਉਹਨੇ ਇੱਕ ਇੱਕ ਵੇਰ, ਭਾਵਨਾ ਝੂਠੇ ਵਾਲੀ ਨਹੀਂ ਹੈ, ਭਾਵਨਾ ਇਹ ਹੈ ਵੀ ਰਾਮ ਜੀ ਨੂੰ ਕਿਤੇ ਖੱਟਾ ਵੇਰ ਨਾ ਮਿਲੇ। ਇੱਕ ਇੱਕ ਵੇਰ ਚੱਖਣਾ, ਜਿਹੜਾ ਮਿੱਠਾ ਉਹ ਇੱਧਰ ਰੱਖ ਦੇਣਾ ਉਹਨਾਂ ਦੀ ਥਾਲੀ, ਜਿਹੜਾ ਖੱਟਾ ਇੱਧਰ ਰੱਖ ਦੇਣਾ। ਕਹਿੰਦੇ ਤੁਸੀਂ ਭੀਲਣੀ ਦੇ ਝੂਠੇ ਵੇਰ ਖਾਦੇ, ਝੂਠ ਥੋੜੀ ਆ ਇਹ, ਪ੍ਰੇਮ ਸੀ। ਉਹਦੀ ਭਾਵਨਾ ਕਿੰਨੀ ਵੱਡੀ ਸੀ, ਜੇ ਰੱਬ ਪਿਆਰੇ ਨੇ ਖੱਟੇ ਵੇਰ ਖਾਦੇ ਤੇ ਮੇਰੀ ਸੇਵਾ ਕਿਸੇ ਕੰਮ ਨਹੀਂ ਆਉਂਦੀ। ਸ਼ਰਧਾ ਕਿੰਨੀ ਵੱਡੀ ਹੈ, ਸ਼ਰਧਾ ਤੇ ਅਕੀਦਾ ਵੱਡਾ ਹੈ। ਜਦੋਂ ਭਾਈ ਲਾਲੋ ਇਹ ਬਚਨ ਸੁਣਾਉਂਦੇ ਆ, ਇਹ ਪ੍ਰਾਪਤ ਸਾਖੀਆਂ ਸੁਣਾ ਰਹੇ ਨੇ, ਕਹਿੰਦੇ ਪਾਤਸ਼ਾਹ ਤੇਰਾ ਇਹ ਬਿਰਦ ਹੈ, ਕੇਵਲ ਭਾਵ ਸੁਭਾਵਈ, ਗੁਣ ਅਵਗੁਣ ਨਹਿਰ। ਤੁਸੀਂ ਆਪਣੇ ਪਿਆਰਿਆਂ ਦੇ ਨਾ ਗੁਣ ਵੇਖਦੇ, ਨਾ ਔਗਣ ਵੇਖਦੇ ਹੋ ਤੇ ਭਾਵਨਾ ਵੇਖਦੇ ਹੋ, ਪ੍ਰੇਮ ਵੇਖਦੇ ਹੋ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਿੰਨੀ ਵਾਰ ਉਹਨਾਂ ਸਿੱਖਾਂ ਦੇ ਘਰਾਂ 'ਚ ਗਏ ਜਿੱਥੇ ਰੋਟੀ ਵੀ ਨਹੀਂ ਸੀ ਬਣਦੀ, ਜਾ ਕੇ ਕਹਿੰਦੇ ਸੀ ਸਿੱਖਾਂ ਰੋਟੀ ਖਵਾ, ਭੁੱਖ ਲੱਗੀ ਹੈ। ਤੇ ਜਦੋਂ ਛਕਾਉਂਦੇ ਸੀ ਮਹਾਰਾਜ ਕਹਿੰਦੇ ਸੀ ਇਹੋ ਜਿਹਾ ਆਨੰਦ ਕਦੀ ਨਹੀਂ ਆਇਆ। ਵੱਡੇ ਵੱਡੇ ਰਾਜੇ ਹੱਥ ਜੋੜੀ ਕਰਦੇ ਸੀ, ਮਹਾਰਾਜ ਕਦੇ ਸਾਡੇ ਮਹਿਲਾਂ 'ਚ ਆ ਜਾਓ, ਕਦੇ ਭੋਜਨ ਛਕ ਲਓ, ਕਦੇ ਰੋਟੀ ਖਾ ਲਓ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਿੱਲੀ ਦੀ ਜੇਲ੍ਹ ਵਿੱਚ ਨੇ, ਸ਼ਹਾਦਤ ਤੋਂ ਪਹਿਲਾਂ ਗਰੀਬ ਸਿੱਖਾਂ ਦੇ ਘਰੇ ਸਤਿਗੁਰ ਜੀ ਸੂਖਸ਼ਮ ਰੂਪ 'ਚ ਜਾ ਕੇ ਭੋਜਨ ਛਕਦੇ ਰਹੇ ਸਿੰਘਾਂ ਨਾਲ। ਇੱਧਰ ਸਤਿਗੁਰ ਜੇਲ੍ਹ 'ਚ ਬੈਠੇ ਆ, ਜੇਲ੍ਹ ਦਾ ਭੋਜਨ ਨਹੀਂ ਸੀ ਛਕਦੇ, ਸਿੱਖਾਂ ਦੇ ਘਰ ਦਾ, ਗਰੀਬਾਂ ਦੇ ਘਰ ਦਾ। ਇਸੇ ਕਰਕੇ ਤੈਨੂੰ ਗਰੀਬ ਨਵਾਜ਼ ਕਹਿੰਦੇ ਆ। ਤੂੰ ਸਭ ਨੂੰ ਪਿਆਰ ਕਰਨ ਵਾਲਾ ਏ, ਤੂੰ ਮਸਾਲਿਆਂ ਦਾ, ਰੋਟੀਆਂ ਦਾ, ਭੋਜਨਾਂ ਦਾ ਭੁੱਖਾ ਨਹੀਂ, ਤੂੰ ਭਾਵਨਾ ਦਾ ਪਿਆਸਾ ਏ। ਰਵਈਆ ਛੰਦ ਦਿਖਸੇ ਸ੍ਰੀ ਨਾਨਕ ਮੁਖ ਪਾਖੀ, ਸੁਦਾ ਆਸਨ ਮੇ ਪਾਵਾ। ਗੁਰੂ ਸਾਹਿਬ ਆਖਣ ਲੱਗੇ ਭਾਈ ਲਾਲੋ ਇਹ ਬਨਾਵਟੀ ਗੱਲ ਨਹੀਂ ਹੈ ਵੀ ਤੈਨੂੰ ਖੁਸ਼ ਕਰਨ ਵਾਸਤੇ ਕਹਿਤਾ। ਸਤਿਗੁਰ ਕਹਿੰਦੇ ਮਰਦਾਨੇ ਨੇ ਜੋ ਕਿਹਾ ਸੋ ਕਿਹਾ। ਸੱਚ ਪੁੱਛੇ ਭਾਈ ਲਾਲੋ, ਅੰਮ੍ਰਿਤ ਤੋਂ ਵੱਧ ਕੇ ਤੇਰੇ ਇਸ ਭੋਜਨ ਵਿੱਚ ਸਾਨੂੰ ਸਵਾਦ ਆਇਆ। ਆਖੋ ਸਤਿਨਾਮ। ਗੁਰੂ ਨਾਨਕ ਸਾਹਿਬ ਦੇ ਬੋਲ ਨੇ। ਭੁੱਬਾਂ ਨਿਕਲ ਗਈਆਂ ਸੀ ਭਾਈ ਲਾਲੋ, ਚੀਕਾਂ ਨਿਕਲ ਗਈਆਂ, ਚੀਕਾਂ ਧਾਹਾਂ। ਰੱਬ ਆਖਦਾ ਇੰਨਾ ਪਿਆਰ, ਜਦ ਕਿ ਸਾਗ ਵੀ ਅਲੂਣਾ ਏ, ਲੂਣ ਤੋਂ ਬਿਨਾਂ ਏ, ਲੂਣ ਤੋਂ ਬਿਨਾਂ। ਜਿਵੇਂ ਕ੍ਰਿਸ਼ਨ ਜੀ ਨੂੰ ਕਹਿੰਦੇ ਸੀ ਨਾ, ਉਹਨੇ ਕਿਹਾ ਵੀ ਛਿੱਲ ਕੇ ਦੇ, ਕੇਲਾ ਛਿੱਲ ਕੇ ਦੇ ਵੀ ਚਲੋ ਭਗਵਾਨ ਨੂੰ ਛਿੱਲਣਾ ਨਾ ਪੈ ਜੇ। ਉਹ ਸੀ ਵਿਚਾਰੀ ਮੇਰੇ ਵਰਗੀ, ਕੇਲੇ ਦਾ ਗੁੱਦਾ ਕੱਟਿਆ ਇੱਕ ਪਾਸੇ, ਛਿੱਲ ਕੇ ਕ੍ਰਿਸ਼ਨ ਆ ਕੇ ਘਰ ਵੇਖਿਆ, ਉਹ ਕਹਿੰਦੇ ਆਹ ਕੀ ਕੀਤਾ? ਕਹਿੰਦੀ ਆਪੀ ਦੇ ਕਿਹਾ ਸੀ ਛਿੱਲ ਕੇ ਦੇ। ਉਹ ਕਹਿੰਦਾ ਕੇਲਾ ਛਿੱਲ ਕੇ ਦੇਣ ਨੂੰ ਕਿਹਾ ਸੀ, ਕੇਲੇ ਦੇ ਛਿੱਲ ਕੇ ਦੇਣ ਨੂੰ ਨਹੀਂ ਕਿਹਾ। ਪਰ ਕ੍ਰਿਸ਼ਨ ਚੱਲਦੇ ਰਹੇ, ਕਿਉਂ? ਪ੍ਰੇਮ ਸੀ, ਭਾਵਨਾ ਸੀ। ਅੱਜ ਵੀ ਗੁਰੂ ਅੱਗੇ ਸਿੱਖ ਭਾਵਨਾ ਦੇ ਵਿੱਚ ਅਰਦਾਸ ਕਰਦਾ ਨਾ, ਲੱਖ ਗਰੀਬ ਹੋਵੇ, ਗੁਰੂ ਨਾਨਕ ਸਾਹਿਬ ਮਹਾਰਾਜ ਜੋ ਸਿੱਖ ਦੀ ਹਰ ਭਾਵਨਾ ਪੂਰੀ ਕਰਦੇ, ਹਰ ਭੋਜਨ ਛਕਦੇ। ਗਰੀਬੀ ਅਮੀਰੀ ਕੁਛ ਵੀ ਦੇ ਵਿੱਚ ਦੁਨੀਆ ਦੀਆਂ ਬਣਾਈਆਂ ਗੱਲਾਂ ਨੇ। ਗੁਰੂ ਸਾਹਿਬ ਆਖਣ ਲੱਗੇ, ਕਹਿੰਦੇ ਬੜਾ ਰਸ ਆਇਆ ਭਾਈ ਲਾਲੋ, ਕੀ ਪੁੱਛਣਾ ਸਾਥੋਂ ਬਿਆਨ ਨਹੀਂ ਹੁੰਦਾ। ਇਸ ਮਹਿ ਤੇ ਆਵਤ ਅਸਵਾਦਾ, ਭੋਜਨ ਭਲੋ ਬਣਾਵਾ। ਬੜਾ ਪਿਆਰ ਦਾ ਭੋਜਨ ਬਣਾਇਆ, ਬੜਾ ਸਵਾਦਿਸ਼ਟ ਬਣਾਇਆ ਭਾਈ। ਇਹੋ ਜਿਹਾ ਭੋਜਨ ਅਸੀਂ ਕਦੇ ਨਹੀਂ ਛਕਿਆ। ਅੰਮ੍ਰਿਤ ਵਰਗਾ ਰਸ ਹੈ ਇਹਦਾ, ਅੰਮ੍ਰਿਤ ਵਰਗਾ। ਤੇ ਸੱਚੀ ਉਸ ਪਿਆਰੇ ਦੀਆਂ ਅੱਖਾਂ ਬੋਲਦੀਆਂ ਸੀ। ਭਾਈ ਲਾਲੋ ਦੇ ਅੱਖਾਂ 'ਚ ਹੰਝੂ ਆਏ ਨੇ, ਸੀਸ ਝੁਕਿਆ ਜਾਂਦਾ ਨਹੀਂ। ਹਾਥ ਬਾਂਧੇ ਅਬ ਬੰਦਤ ਲਾਲੋ, ਪਦ ਅਰਬਿੰਦ ਮਕੰਦਾ। ਉਸੇ ਵੇਲੇ ਭਾਈ ਲਾਲੋ ਜੀ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਕੇ ਪਤਾ ਕੀ ਕਹਿੰਦੇ? ਕਹਿੰਦੇ ਪਾਤਸ਼ਾਹ ਤੂੰ ਬਿਰਧ ਰੱਖਦਾ ਹੈ, ਲਾਜ ਰੱਖਦਾ ਹੈ, ਪੈਜ ਰੱਖਦਾ ਹੈ। ਜਿਹੜੇ ਨੂੰ ਤੁਸੀਂ ਪ੍ਰੇਮ ਕਰਦੇ ਹੋ ਉਹਦੇ ਕਦੇ ਔਗਣ ਨਹੀਂ ਚਤਾਰਦੇ। ਅਸੀਂ ਤੇ ਜਿਹਨੂੰ ਪ੍ਰੇਮ ਕਰਦੇ ਉਹਦੀ ਔਗਣ ਕੱਢ ਵਿਖਾਈਦੇ ਆ ਨਾ, ਤੂੰ ਏਦਾਂ ਦਾ, ਤੂੰ ਆਹ ਕਰਦਾ, ਤੂੰ ਆਹ ਕਰਦਾ। ਪਰ ਪ੍ਰੇਮ ਜਿਹੜਾ ਏ ਉਹ ਕਹਿੰਦਾ ਤੇਰੇ ਚ ਔਗਣ ਕੋਈ ਨਹੀਂ, ਮੈਨੂੰ ਦਿਸਦਾ ਹੀ ਨਹੀਂ। ਤੇਰੇ ਕਵਲ ਗੁਣ ਕਹਿ ਗਾਵਾਂ, ਤੂੰ ਸਾਹਿਬ ਕੋਈ ਨਹੀਂ ਦਾ। ਪ੍ਰੇਮ ਤੇ ਕਹਿੰਦਾ ਤੇਰੇ ਵਰਗਾ ਕੋਈ ਨਹੀਂ, ਤੂੰ ਗੁਣਾਂ ਦਾ ਸਾਗਰ ਹੈ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਰੂਪ ਭਗਵਾਨਾ। ਰੱਬਾ ਮੈਂ ਤੇਰੀ ਮਹਿਮਾ ਕਿਵੇਂ ਕਹਿ ਦਿਆਂ? ਮੇਰੀ ਜੀਭ ਛੋਟੀ ਹੈ, ਮੇਰੀ ਰਸਨਾ ਛੋਟੀ ਹੈ, ਪਰ ਤੇਰੇ ਨਾਮ ਦਾ ਰਸ, ਤੇਰੇ ਪ੍ਰੇਮ ਦਾ ਰਸ ਜਿਹਨੇ ਚੱਖਿਆ, ਗੂੰਗਾ ਹੋ ਕੇ ਵੀ ਉਹ ਗੂੰਗਾ ਹੀ ਹੋ ਗਿਆ, ਬੋਲਦਾ ਹੀ। ਭਾਈ ਲਾਲੋ ਨੇ ਚਰਨਾਂ ਤੇ ਸੀਸ ਰੱਖਿਆ, ਕਹਿੰਦੇ ਪਾਤਸ਼ਾਹ ਮੇਰੇ ਲੱਖਾਂ ਔਗਣ ਗੁਨਾਹ ਹੋਣੇ, ਪਰ ਤੂੰ ਇੱਕ ਨਹੀਂ ਚਤਾਰਿਆ। ਆਖੋ ਸਤਿਨਾਮ। ਬਖਸ਼ਦਾ ਰਹੀ ਦਾਤਿਆ ਮੈਨੂੰ ਬਖਸ਼ਦਾ, ਕਿਰਪਾ ਕਰੀ, ਮੈਂ ਇਸ ਲਾਇਕ ਨਹੀਂ ਤੇਰੀ ਸੇਵਾ ਕਰ ਸਕਾਂ, ਮੈਨੂੰ ਲਾਇਕ ਸੇਵਾ ਦੇ ਬਣਾਇਓ।
ਭਾਈ ਲਾਲੋ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਰੱਖ ਸ਼ੁਕਰਾਨਾ ਕਰਦੇ ਆ। ਸੋ ਸਮੇਂ ਦੀ ਸਮਾਪਤੀ, ਜਿਵੇਂ ਜਿਵੇਂ ਅਗਲੇ ਪ੍ਰਸੰਗ ਆਉਣਗੇ ਗੱਲ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।